ਸਾਰੀਆਂ ਚਾਰ ਅਵਤਾਰ ਰੇਡੀਓ ਸੁਣਨ ਵਾਲੇ ਸਾਰੇ ਹੀ ਪਿਆਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸਾਂਝ ਚੱਲ ਪਿਆ ਜੀ। ਸੋ ਪ੍ਰੋਗਰਾਮ ਸਾਂਝ ਦੇ ਵਿੱਚ ਬਹੁਤ ਸਾਰੀਆਂ ਪਿਆਰੀਆਂ ਵਿਚਾਰਾਂ ਹੁੰਦੀਆਂ ਆ ਤੇ ਅੱਜ ਖਾਸ ਮਿਸ਼ਨ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਈ ਹਾਂ ਤੇ ਇਸ ਖਾਸ ਮਿਸ਼ਨ ਦੇ ਵਿੱਚ ਬਜ਼ੁਰਗ ਵੀ ਆਉਂਦੇ ਆ, ਬੱਚੇ ਵੀ ਆਉਂਦੇ, ਨੌਜਵਾਨ ਵੀ ਆਉਂਦੇ, ਕੁੜੀਆਂ ਵੀ ਆਉਂਦੀਆਂ ਆ ਤੇ ਔਰਤਾਂ ਵੀ ਆਉਂਦੀਆਂ। ਸਾਰਿਆਂ ਦੇ ਲਈ ਇਹ ਅੱਜ ਦਾ ਵਿਸ਼ਾ ਜਿਹੜਾ ਆ ਉਹ ਖਾਸ ਆ। ਖਾਸ ਵਿਸ਼ਾ ਕੀ ਆ? ਪਹਿਲੀ ਗੱਲ ਤੇ ਅਸੀਂ ਕੋਈ ਵੀ ਕੰਮ ਕਰਦੇ ਆ, ਕੋਈ ਵੀ ਮਿਸ਼ਨ ਤੇ ਚੱਲਦੇ ਆ ਤਾਂ ਸਭ ਤੋਂ ਪਹਿਲਾਂ ਸਾਡਾ ਦਿਮਾਗ ਕੇਂਦਰਿਤ ਹੋਣਾ ਚਾਹੀਦਾ ਆ। ਸੋ ਅੱਜ ਦਿਮਾਗ ਤੇ ਹੀ ਗੱਲਬਾਤ ਕਰਾਂਗੇ ਕਿ ਦਿਮਾਗ ਸਾਡਾ ਕੀ ਕੀ ਕਰਵਾਉਂਦਾ ਹੈ ਤੇ ਕੀ ਕੀ ਕਰਦੇ ਸਾਰਾ ਕੁਝ, ਤੇ ਖਾਸ ਕਰਕੇ ਅੱਜ ਦੀਆਂ ਮੇਨ ਸਮੱਸਿਆਵਾਂ ਕੀ ਨੇ ਜੋ ਅਸੀਂ ਹਰ ਰੋਜ਼ ਮੀਡੀਆ, ਕੋਈ ਵੀ ਮੀਡੀਆ ਆ, ਚਾਹੇ ਉਹ ਇਲੈਕਟ੍ਰੋਨਿਕ ਹੋਵੇ, ਚਾਹੇ ਪ੍ਰਿੰਟ ਮੀਡੀਆ ਹੋਵੇ, ਚਾਹੇ ਇੱਕ ਦੂਸਰੇ ਦੇ ਬਾਏ ਕੰਮ ਦੇ ਜ਼ਰੀਏ ਹੀ ਕੋਈ ਨਾ ਕੋਈ ਗੱਲ ਜਿਹੜੀ ਪਹੁੰਚਾਉਣੇ ਆ। ਸੋ ਅੱਜ ਸਾਡੇ ਨਾਲ ਮੌਜੂਦ ਨੇ ਜੀ ਸਿਵਲ ਹਸਪੀਟਲ ਕਪੂਰਥਲਾ ਤੋਂ ਡਾਕਟਰ ਸੰਦੀਪ ਭੋਲਾ ਜੀ, ਜੋ ਕਿ ਸਪੈਸ਼ਲਿਸਟ ਨਸ਼ਾ ਛੁਡਾਊ ਕੇਂਦਰ ਦਿਮਾਗ ਦੇ ਸਪੈਸ਼ਲ ਡਾਕਟਰ ਨੇ, ਤੇ ਉਹਨਾਂ ਦੇ ਨਾਲ ਆਪਾਂ ਅੱਜ ਦੀ ਜਿਹੜੀ ਵਿਚਾਰਾਂ ਦੀ ਸਾਂਝ ਪਾਵਾਂਗੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਘੁਣ ਵਾਂਗੂ ਖਾ ਰਿਹਾ ਹੈ ਨੌਜਵਾਨੀ ਨੂੰ ਨਸ਼ਾ। ਤੇ ਨਸ਼ੇ ਤੋਂ ਪਹਿਲਾਂ ਆਪਾਂ ਆਵਾਂਗੇ, ਪਹਿਲਾਂ ਚਲੋ ਆਪਾਂ ਉਹਨਾਂ ਨੂੰ ਰੂਬਰੂ ਕਰ ਲਈਏ, ਫਿਰ ਆਪਾਂ ਹੌਲੀ ਹੌਲੀ ਹਲਕੀਆਂ ਗੱਲਾਂ ਕਰਦੇ ਨਸ਼ੇ ਵੱਲ ਨੂੰ ਹੀ ਆਵਾਂਗੇ। ਸੋ ਡਾਕਟਰ ਸੰਦੀਪ ਜੀ, ਅਵਤਾਰ ਰੇਡੀਓ ਤੇ ਪ੍ਰੋਗਰਾਮ ਸਾਂਝ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਡਾਕਟਰ ਸੰਦੀਪ ਜੀ, ਪਹਿਲਾਂ ਤੇ ਗੱਲ ਆਉਂਦੀ ਹੈ ਕਿ ਕੇਂਦਰਿਤ ਹੁੰਦਾ ਹੈ ਦਿਮਾਗ ਕਿਸੇ ਵੀ ਚੀਜ਼ ਨੂੰ ਲੈ ਕੇ ਜੀ, ਤੇ ਪਹਿਲੀ ਗੱਲ ਤੇ ਇੱਕ ਚੀਜ਼ ਜਿਹੜਾ ਸੰਖੇਪ ਦੇ ਵਿੱਚ ਜਾਣਨਾ ਜ਼ਰੂਰੀ ਹੈ ਕਿ ਦਿਮਾਗ ਹੈ ਕੀ ਆ ਤੇ ਇਹ ਕੰਮ ਕਿਵੇਂ ਕਰਦਾ ਹੈ। ਇਹ ਆਪਣੇ ਆਪ ਦੇ ਵਿੱਚ ਮੁੱਖ ਸਵਾਲ ਬਣ ਜਾਂਦਾ ਆ ਜੀ। ਦਿਮਾਗ ਸਰੀਰ ਦਾ ਐਸਾ ਅੰਗ ਹੈ ਕਿ ਜਿਹੜਾ ਕਿ ਜੇ ਆਪਾਂ ਕਹੀਏ ਕਿ ਕੰਪਿਊਟਰ ਦਾ ਇੱਕ ਜਿਹੜਾ CPU ਜਿਹਨੂੰ ਅਸੀਂ ਕਹਿੰਦੇ ਆ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੁੰਦਾ ਹੈ, ਉਹ ਚੀਜ਼ ਹੈ ਕਿ ਜਿਹਨੇ ਕਿ ਸਾਰੇ ਬਾਡੀ ਦੇ ਸਾਰੇ ਸਿਸਟਮਸ ਨੂੰ, ਸਾਰੇ ਪਾਰਟਸ ਨੂੰ ਕੰਟਰੋਲ ਕਰਨਾ ਹੈ ਜੀ। ਔਰ ਹਰ ਇੱਕ ਐਕਟੀਵਿਟੀ, ਬ੍ਰੇਨ ਦੀ ਐਕਟੀਵਿਟੀ, ਚਾਹੇ ਅਸੀਂ ਉਹਨੂੰ ਜਿਹਨੂੰ ਕੌਨਸ਼ੀਅਸਲੀ ਕਹਿੰਦੇ ਆ ਕਿ ਜਿਹੜੇ ਕਿ ਕਹਿੰਦੇ ਕਿ ਸਾਨੂੰ ਪਤਾ ਚੱਲਦਾ ਹੁੰਦਾ ਕਿ ਇਹ ਚੀਜ਼ ਹੋ ਰਹੀ ਹੈ, ਜਾਂ ਅਨਕੌਨਸ਼ੀਅਸਲੀ ਕਿ ਜਿੱਦਾਂ ਸਾਡੇ ਹਾਰਟ ਬੀਟ ਹੈ, ਅਸੀਂ ਸਾਹ ਲੈ ਰਹੇ ਹਾਂ, ਜਾਂ ਸਾਡਾ ਦਿਲ ਦੀ ਜੋ ਧੜਕਣ ਚੱਲ ਰਹੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਅਨਕੌਨਸ਼ੀਅਸਲੀ ਹੋਈ ਜਾ ਰਹੀਆਂ, ਪਰ ਇਹ ਦਿਮਾਗ ਜਿਹੜਾ ਇਹ ਕੰਟਰੋਲ ਕਰ ਰਿਹਾ ਇਹਨਾਂ ਸਾਰੀਆਂ ਚੀਜ਼ਾਂ ਨੂੰ। ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਆਪ ਆਪਣੇ ਕੋਈ ਐਕਟੀਵਿਟੀ ਕਰਦੇ ਹਾਂ, ਅਸੀਂ ਚੱਲ ਕੇ ਕਿਤੇ ਜਾ ਰਹੇ ਹਾਂ, ਕੋਈ ਹੱਥਾਂ ਨਾਲ ਕੋਈ ਕੰਮ ਕਰ ਰਹੇ ਹਾਂ, ਉਹ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਇਹ ਸਾਰੀਆਂ ਦੀਆਂ ਸਾਰੀਆਂ ਐਕਟੀਵਿਟੀਜ਼ ਨੂੰ ਬ੍ਰੇਨ ਕੰਟਰੋਲ ਕਰਦਾ। ਬ੍ਰੇਨ ਦੇ ਡਿਫਰੈਂਟ ਜਿਹੜੇ ਪਾਰਟਸ ਹੈ ਉਹ ਕੰਟਰੋਲ ਕਰਦੇ ਹੈ। ਤੇ ਇਸ ਕਰਕੇ ਬ੍ਰੇਨ ਜਿਹੜਾ ਹੈ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਅੰਗ ਹੈ ਕਿ ਜਿਸ ਤੋਂ ਬਿਨਾਂ ਕਿ ਕੋਈ ਵੀ ਬ੍ਰੇਨ ਦੀ ਜਿਹੜੀ ਸਰੀਰ ਦੀ ਐਕਟੀਵਿਟੀ ਜਿਹੜੀ ਹੈ, ਕਿਸੇ ਵਿਅਕਤੀ ਦੀ ਕੋਈ ਵੀ ਐਕਟੀਵਿਟੀ ਜਿਹੜੀ ਹੈ ਉਹ ਚੱਲ ਨਹੀਂ ਸਕਦੀ। ਸੋ ਇਹ ਉਸ ਚੀਜ਼ ਨੂੰ ਅਸੀਂ ਬ੍ਰੇਨ ਕਹਿੰਦੇ ਹਾਂ ਕਿ ਜਿਹਨੇ ਸੋਚਣਾ ਵੀ ਹੈ, ਸੋਚ ਕੇ ਕੋਈ ਕੰਮ ਵੀ ਕਰਨਾ ਹੈ, ਸੋਚ ਪ੍ਰੋਸੈਸਿੰਗ ਵੀ ਕਰਨੀ ਹੈ, ਫਿਰ ਉਸ ਤੋਂ ਬਾਅਦ ਉਹਦੇ ਤੇ ਐਕਟ ਕਰਨਾ ਹੈ। ਮੈਮਰੀ ਜਿਹੜੀ ਹੈ ਉਹਦੇ ਵਿੱਚ ਉਸ ਚੀਜ਼ ਨੂੰ ਸੰਭਾਲ ਕੇ ਰੱਖਣਾ ਹੈ, ਜਿਸ ਤੋਂ ਅਸੀਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਸਿੱਖਣਾ ਹੈ, ਜਿਹਨੂੰ ਅਸੀਂ ਐਕਸਪੀਰੀਅੰਸ ਕਹਿੰਦੇ ਹਾਂ, ਆਪਣੀਆਂ ਗਲਤੀਆਂ ਤੋਂ ਸਿੱਖਦੇ ਹਾਂ ਕਿ ਇਹ ਚੀਜ਼, ਇਹ ਜਿਹੜੀ ਮੈਮਰੀ ਦੇ ਵਿੱਚ ਚੀਜ਼ਾਂ ਪਈਆਂ ਹੁੰਦੀਆਂ ਕਿ ਉਹਦੇ ਅਕੋਰਡਿੰਗਲੀ ਫਿਰ ਅਸੀਂ ਅੱਗੇ ਆਉਣ ਵਾਲੇ ਫਿਊਚਰ ਵਿੱਚ ਕਿਸ ਤਰ੍ਹਾਂ ਐਕਟ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬ੍ਰੇਨ ਦੇ ਥਰੂ ਹੀ ਕੰਟਰੋਲ ਹੁੰਦੀਆਂ। ਜੀ। ਤੇ ਡਾਕਟਰ ਸਾਹਿਬ, ਤੁਸੀਂ ਕਿਹਾ ਕਿ ਬ੍ਰੇਨ ਦੇ 4 ਭਾਗ, ਮਤਲਬ ਦਿਮਾਗ ਦੇ 4 ਭਾਗ ਹੁੰਦੇ ਆ, ਉਹ ਜਿਹੜੇ 4 ਭਾਗ ਕਿਹੜੇ ਤੇ ਕੀ ਕੀ ਕੰਮ ਕਰਦੇ ਆ, ਇਹ ਵੀ ਜ਼ਰੂਰ ਦੱਸੋ। ਬ੍ਰੇਨ ਦੇ 4 ਭਾਗ, ਬ੍ਰੇਨ ਦੇ ਬਹੁਤ ਸਾਰੇ ਭਾਗ ਹੁੰਦੇ ਆ। ਜੇ ਅਸੀਂ ਕਹੀਏ ਕਿ ਇੱਕ ਤਾਂ ਸਭ ਤੋਂ ਵੱਡਾ ਪਾਰਟ ਜਿਹੜਾ ਸੈਰੀਬਰਮ ਹੋ ਗਿਆ, ਫਿਰ ਜਿਹੜਾ ਛੋਟਾ ਬ੍ਰੇਨ ਜਿਹਨੂੰ ਸੈਰੀਬੈਲਮ ਕਹਿੰਦੇ ਆ, ਫਿਰ ਉਸ ਤੋਂ ਬਾਅਦ ਜਿਹੜਾ ਪੌਂਸ ਹੈ, ਮੈਡੂਲਾ ਹੈ, ਬਹੁਤ ਸਾਰੇ ਪਾਰਟਸ ਹੈ ਬ੍ਰੇਨ ਦੇ, ਡਿਫਰੈਂਟ ਪਾਰਟਸ ਹੈ ਜਿਹੜੇ ਕਿ ਹਰ ਤਰ੍ਹਾਂ ਦੀ ਐਕਟੀਵਿਟੀ ਨੂੰ ਪ੍ਰੋਸੈਸ ਹਰ ਭਾਗ ਨੂੰ, ਹਰ ਜਿਹੜਾ ਭਾਗ ਆ ਉਹ ਆਪਣੀ ਆਪਣੀ ਡਿਊਟੀ, ਆਪਣਾ ਜਿਹੜਾ ਕੰਮ ਆ ਉਹ ਕਰਦਾ ਆ। ਸੋ ਡਾਕਟਰ ਸਾਹਿਬ, ਇਹਦੇ ਵਿੱਚ ਇੱਕ ਗੱਲ ਹੋਰ ਹੁੰਦੀ ਹੈ ਕਿ ਜਦੋਂ ਵੀ ਅਸੀਂ ਕੁਝ ਸੋਚਦੇ ਹਾਂ, ਚਲੋ ਹੁਣ ਨਸ਼ੇ ਵੱਲ ਹੀ ਆਉਂਦੇ ਕਿਉਂਕਿ ਐਕਟੀਵਿਟੀ ਆ ਉਹ ਨਸ਼ੇ ਤੇ ਹੀ ਆ, ਤੇ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਤੁਸੀਂ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹੋ, ਤੇ ਨਸ਼ੇ ਨੂੰ ਛੱਡਣ ਵਾਲੇ ਮੈਂਬਰ ਦੀ ਫਸਟ ਜਿਹੜੀ ਤੁਹਾਡੇ ਨਾਲ ਕੋਈ ਗੱਲਬਾਤ ਕਰਦਾ ਆ ਤੇ ਉਹ ਕਿਹੜੀ ਹੁੰਦੀ ਆ ਤੇ ਉਹਨੂੰ ਕਿਵੇਂ ਤੁਸੀਂ ਕੰਟਰੋਲ ਕਰਦੇ ਹੋ? ਸੋ ਮੈਨੂੰ ਲੱਗਦਾ ਹੈ ਕਿ ਫੋਨ ਲਾਈਨ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਪੈ ਗਈ, ਜਿਹਦਾ ਕਰਕੇ ਡਾਕਟਰ ਸਾਹਿਬ ਤੱਕ ਸਾਡੀ ਆਵਾਜ਼ ਨਹੀਂ ਪਹੁੰਚ ਰਹੀ, ਤਾਂ ਆਪਾਂ ਉਹਨਾਂ ਦੇ ਨਾਲ ਜ਼ਰੂਰ ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਤਦ ਤੱਕ ਲਈ ਤੁਸੀਂ ਥੋੜੀ ਜਿਹੀ ਬ੍ਰੇਕ ਲਵੋ।
ਤੇ ਡਾਕਟਰ ਸਾਹਿਬ ਨਾਲ ਆਪਾਂ ਦੁਬਾਰਾ ਸੰਪਰਕ ਜੋੜ ਲਿਆ ਆ ਤੇ ਆਓ ਆਪਾਂ ਉਹਨਾਂ ਦੇ ਨਾਲ ਫੇਰ ਰੂਬਰੂ ਹੁੰਨੇ ਆ ਤੇ ਕਿਉਂਕਿ ਜਿਹੜੇ ਮੇਨ ਚੀਜ਼ਾਂ ਆ ਅੱਜ ਆਪਾਂ ਉਹੀ ਲੜੇ। ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਉਸ ਵਿਸ਼ੇ ਨੂੰ ਲੈ ਕੇ? ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਪਰਸਨ ਕੋਈ ਸਾਡੇ ਕੋਲ ਆਉਂਦਾ ਹੈ ਇੱਕ ਤਾਂ ਆਪਣੀ ਮਰਜ਼ੀ ਨਾਲ ਆਉਂਦਾ ਹੈ। ਜੇ ਕੁਝ ਥੋੜੀ ਬਹੁਤ ਉਹਦੇ ਵਿੱਚ ਇਸ ਤਰ੍ਹਾਂ ਦੀ ਹੈ ਕਿ ਆਪਣੀ ਮਰਜ਼ੀ ਨਾਲ ਨਹੀਂ ਆ ਰਿਹਾ ਜਾਂ ਪੇਰੈਂਟਸ ਲੈ ਕੇ ਆ ਰਹੇ ਤਾਂ ਸਭ ਤੋਂ ਪਹਿਲੀ ਚੀਜ਼ ਉਹਦੇ ਨਾਲ ਬੈਠ ਕੇ ਅਸੀਂ ਗੱਲਬਾਤ ਕਰਕੇ ਤਾਂ ਉਹਨੂੰ ਇਹੀ ਚੀਜ਼ ਪੁੱਛਦੇ ਹਾਂ ਕਿ ਕਿਸ ਚੀਜ਼ ਦਾ ਨਸ਼ਾ ਕਰਦਾ ਹੈ ਔਰ ਕਿਹੜੇ ਕਾਰਨ ਸੀ ਜਿਨ੍ਹਾਂ ਕਰਕੇ ਉਹ ਨਸ਼ੇ ਵਾਲੇ ਪਾਸੇ ਨੂੰ ਕਿੰਨੀ ਦੇਰ ਤੋਂ ਕਰ ਰਿਹਾ ਹੈ ਔਰ ਛੱਡਣ ਲਈ ਕਿੰਨੀ ਵਾਰ ਕੋਸ਼ਿਸ਼ ਕੀਤੀ ਹੈ, ਕਿਸ ਤਰ੍ਹਾਂ ਨਾਲ ਕਿਸ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ, ਕਿਉਂ ਨਹੀਂ ਛੱਡ ਪਾਇਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਪਹਿਲੀ ਫਸਟ ਅਸੈਸਮੈਂਟ ਤੇ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਵਾਰੀ ਇਹ ਹੁੰਦਾ ਕਿ ਪਹਿਲੀ ਅਸੈਸਮੈਂਟ ਤੇ ਪਹਿਲੀ ਵਾਰੀ ਗੱਲਬਾਤ ਕਰਨ ਤੇ ਪੇਸ਼ੈਂਟ ਵੀ ਜਿਹੜਾ ਬਹੁਤ ਓਪਨ ਅਪ ਨਹੀਂ ਹੋ ਪਾਉਂਦਾ ਜਾਂ ਉਸ ਟਾਈਮ ਤਕਲੀਫ ਚ ਹੁੰਦਾ ਹੈ ਜਾਂ ਉਸ ਟਾਈਮ ਉਹਦੀ ਮਾਨਸਿਕ ਪਰੇਸ਼ਾਨੀ ਜਾਂ ਜੋ ਉਹਨੂੰ ਸਰੀਰਕ ਤੋੜ ਹੈ ਉਹ ਲੱਗ ਰਹੀ ਹੁੰਦੀ ਜਿਸ ਕਰਕੇ ਕਿ ਉਹ ਪੂਰੀ ਤਰ੍ਹਾਂ ਨਾਲ ਦੱਸ ਨਹੀਂ ਪਾਉਂਦਾ, ਆਪਣੀ ਸਾਰੀਆਂ ਗੱਲਾਂ ਖੋਲ ਨਹੀਂ ਪਾਉਂਦਾ। ਸੋ ਉਹਦੇ ਵਾਸਤੇ ਜ਼ਰੂਰੀ ਹੁੰਦਾ ਕਿ ਅਸੀਂ ਪੇਸ਼ੈਂਟ ਨੂੰ ਜਿਹੜੀ ਇਹ ਬਾਰ-ਬਾਰ ਇਹ ਜਿਹੜੀਆਂ ਅਸੈਸਮੈਂਟ ਹੈ ਉਹਦੀ ਰਿਪੀਟਡਲੀ ਥੋੜੇ ਵਕਫੇ ਤੇ ਕਰਦੇ ਰਹਿੰਦੇ ਆ ਜਿਸ ਤੋਂ ਬਾਅਦ ਕਿ ਉਹ ਆਪਣੀਆਂ ਜਿਹੜੀਆਂ ਪ੍ਰੋਬਲਮਸ ਹੈ ਉਹ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੰਦਾ, ਆਪਣੀਆਂ ਜੋ ਵੀ ਇਸ਼ੂਜ਼ ਹੈ ਸਾਰੇ ਉਹ ਡਿਸਕਸ ਕਰਨੇ। ਕਿਉਂਕਿ ਉਹ ਸਿਰਫ ਦਵਾਈ ਤੇ ਚਲਾਉਣਾ ਹੀ ਜ਼ਰੂਰੀ ਨਹੀਂ ਹੈ ਕਿ ਸਿਰਫ ਜਿਹੜੀ ਉਹਦੀ ਤੋੜ ਕੰਟਰੋਲ ਕਰਨੀ ਜ਼ਰੂਰੀ ਨਹੀਂ ਹੈ। ਉਹਦੇ ਨਾਲ ਇਹ ਵੀ ਹੁੰਦਾ ਕਿ ਅਸੀਂ ਜਿਹੜੇ ਉਹਦੇ ਕਾਰਨ ਹੈ ਕਿ ਜਿਸ ਕਰਕੇ ਉਹ ਨਸ਼ੇ ਤੇ ਲੱਗ ਗਿਆ ਜਾਂ ਜਿਸ ਕਾਰਨਾਂ ਕਰਕੇ ਉਹ ਨਸ਼ੇ ਵਾਲੇ ਪਾਸੇ ਨੂੰ ਜਾਂਦਾ ਹੈ ਬਾਰ-ਬਾਰ ਔਰ ਜਿਨ੍ਹਾਂ ਕਰਕੇ ਉਹ ਕਾਰਨ ਲੱਭਣੇ ਕਿ ਜਿਨ੍ਹਾਂ ਨਾਲ ਅਸੀਂ ਉਸ ਨੂੰ ਕੰਟਰੋਲ ਕਰ ਸਕਦੇ ਹਾਂ। ਉਹ ਸਾਰੀਆਂ ਚੀਜ਼ਾਂ ਕਰਕੇ ਅਸੀਂ ਫਿਰ ਉਹਦੇ ਅਕੋਰਡਿੰਗ ਉਹਦਾ ਜਿਹੜਾ ਕਾਉਂਸਲਿੰਗ ਸ਼ਡਿਊਲ ਹੈ ਉਹ ਤਿਆਰ ਕਰਦੇ ਹਾਂ ਔਰ ਫਿਰ ਇਸ ਤਰੀਕੇ ਨਾਲ ਜਿਹੜਾ ਉਹਦਾ ਟ੍ਰੀਟਮੈਂਟ ਪ੍ਰੋਸੈਸ ਸਾਰਾ ਚੱਲਦਾ। ਜੀ ਤੇ ਡਾਕਟਰ ਸਾਹਿਬ ਇੱਕ ਚੀਜ਼ ਆ ਕਿ ਮੈਂ ਕਾਫੀ ਕੇਸਿਸ ਦੇ ਵਿੱਚ ਇਵੇਂ ਦੇਖਿਆ ਆ ਕਿ ਬੱਚੇ ਨੂੰ ਜਿਹੜਾ ਬੱਚਾ ਨਸ਼ਾ ਕਰਦਾ ਹੁੰਦਾ ਪਹਿਲੀ ਗੱਲ ਤਾਂ ਪੇਰੈਂਟਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਬੱਚਾ ਸਾਡਾ ਨਸ਼ੇ ਤੇ ਲੱਗਾ ਹੈ। ਦੂਸਰਾ ਆ ਕਿ ਪੇਰੈਂਟਸ ਚਾਹੇ ਜ਼ਬਰਦਸਤੀ ਚਾਹੇ ਕਿਸੇ ਉਹਦੇ ਨਾਲ ਥੋੜੀ ਬਹੁਤੀ ਗੱਲ ਕਰਕੇ ਤੇ ਕਈ ਕੇਸਿਸ ਵਿੱਚ ਇਵੇਂ ਵੀ ਦੇਖਿਆ ਗਿਆ ਹੈ ਕਿ ਬੱਚੇ ਨੂੰ ਦੱਸਿਆ ਹੀ ਨਹੀਂ ਜਾਂਦਾ ਤੇ ਟੀਮ ਬੁਲਾ ਲਈ ਜਾਂਦੀ ਆ ਤੇ ਉਹ ਨਸ਼ਾ ਛਡਾਊ ਕੇਂਦਰ ਦੇ ਵਿੱਚ ਲੈ ਜਾਂਦੇ ਆ। ਕਿ ਇਹੋ ਜਿਹੇ ਕੇਸਿਸ ਦੇ ਵਿੱਚ ਬੱਚਾ 100% ਨਸ਼ਾ ਛੱਡ ਪਾਉਂਦਾ ਆ? ਜੇ ਛੱਡ ਪਾਉਂਦਾ ਤਾਂ ਦੁਬਾਰਾ ਇਸ ਲਾਈਨ 'ਚ ਨਾ ਆਵੇ ਤਾਂ ਉਹਦੇ ਲਈ ਕੀ ਕੀਤਾ ਜਾਂਦਾ? ਪਹਿਲਾਂ ਜਦੋਂ ਆਉਂਦਾ ਆ ਉਦੋਂ ਕਿਹੋ ਜਿਹੀ ਕੰਡੀਸ਼ਨ ਹੁੰਦੀ ਉਸ ਬੱਚੇ ਦੀ? ਦੇਖੋ ਸਭ ਤੋਂ ਪਹਿਲੀ ਚੀਜ਼ ਤਾਂ ਕਿ ਜਿਹੜਾ ਇਸ ਤਰੀਕੇ ਨਾਲ ਇਲਾਜ ਕਰਨਾ ਜ਼ਬਰਦਸਤੀ ਕਰਕੇ ਦਾਖਲ ਕਰ ਲੈਣਾ ਜਾਂ ਲੈ ਜਾਣਾ ਕਿਸੇ ਜਗ੍ਹਾ ਤੇ ਉਹ ਬਹੁਤ ਹੀ ਇੱਕ ਗਲਤ ਜਿਹੜਾ ਪ੍ਰਕਿਰਿਆ ਹੈ ਇਲਾਜ ਦੀ ਔਰ ਜਿਹੜੀ ਕਿ ਕਿਸੇ ਵੀ ਪਾਸਿਓਂ ਠੀਕ ਨਹੀਂ ਹੈ। ਔਰ ਜਿਹੜੇ ਸਾਡੇ ਸੈਂਟਰਸ ਵਿੱਚ ਹੈ ਇਹਨਾਂ ਵਿੱਚ ਅਸੀਂ ਇਸ ਤਰ੍ਹਾਂ ਦੀ ਟ੍ਰੀਟਮੈਂਟ ਨਹੀਂ ਕਰਦੇ ਜ਼ਬਰਦਸਤੀ ਵਾਲੀ। ਤੇ ਉਹਦੇ ਵਿੱਚ ਜ਼ਰੂਰੀ ਹੈ ਕਿ ਪੇਸ਼ੈਂਟ ਜਿਹੜਾ ਆਪਣੇ ਆਪ ਆਪਣੀ ਮਰਜ਼ੀ ਨਾਲ ਆਉਂਦਾ ਟ੍ਰੀਟਮੈਂਟ ਵਾਸਤੇ। ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਜੇ ਪੇਸ਼ੈਂਟ ਕਿਸੇ ਵੀ ਸਟੇਜ ਤੇ ਥੋੜਾ ਬਹੁਤ ਇਸ ਚੀਜ਼ ਵਾਸਤੇ ਤਿਆਰ ਨਹੀਂ ਹੈ ਤਾਂ ਉਹਦੇ ਵਾਸਤੇ ਇਹ ਜ਼ਰੂਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੇਸ਼ੈਂਟ ਨੂੰ ਬਿਠਾ ਕੇ ਮੋਟੀਵੇਟ ਕੀਤਾ ਜਾਂਦਾ ਹੈ, ਉਹਨੂੰ ਸਮਝਾਇਆ ਜਾਂਦਾ ਹੈ ਔਰ ਇਲਾਜ ਵਾਸਤੇ ਤਿਆਰ ਕੀਤਾ ਜਾਂਦਾ ਕਿਉਂਕਿ ਇਹ ਵੀ ਜਿਹੜਾ ਟ੍ਰੀਟਮੈਂਟ ਦਾ ਪਾਰਟ ਹੈ ਕਿ ਪੇਸ਼ੈਂਟ ਨੂੰ ਟ੍ਰੀਟਮੈਂਟ ਵਾਸਤੇ ਤਿਆਰ ਕਰਨ। ਬਿਲਕੁਲ ਜੀ। ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਜ਼ਰੂਰੀ ਨਹੀਂ ਹੈ ਕਿ ਪਹਿਲੀ ਵਾਰੀ ਵਿੱਚ ਹੀ ਪੇਸ਼ੈਂਟ ਜਿਹੜਾ ਹੈ ਉਹ ਤਿਆਰ ਹੋ ਜਾਵੇ ਟ੍ਰੀਟਮੈਂਟ ਵਾਲ ਸਾਰੀਆਂ ਚੀਜ਼ਾਂ ਮੰਨਣੀਆਂ ਸ਼ੁਰੂ ਕਰ ਦੇ। ਕਈ ਵਾਰੀ ਇਹ ਚੀਜ਼ਾਂ ਜਿਹੜੇ ਪ੍ਰੋਸੈਸ ਜਿਹੜਾ ਵਾਰ-ਵਾਰ ਰਿਪੀਟ ਕਰਨਾ ਪੈਂਦਾ। ਸੋ ਇਸ ਵਾਸਤੇ ਜ਼ਰੂਰੀ ਹੈ ਕਿ ਇਹ ਜਿਹੜੀ ਚੀਜ਼ ਔਰ ਇਹ ਇਸ ਤਰ੍ਹਾਂ ਦੇ ਟ੍ਰੀਟਮੈਂਟ ਜਿਹੜੇ ਹੈ ਇਹ ਆਮ ਕਰਕੇ ਜਿਹੜੇ ਬਹੁਤ ਜ਼ਿਆਦਾ ਅਨਸਕਸੈਸਫੁਲ ਹੁੰਦੇ ਹੈ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਕਰਕੇ ਕਿਉਂਕਿ ਵੈਸੇ ਵੀ ਦੇਖਿਆ ਜਾਏ ਤਾਂ ਅਸੀਂ ਕੋਈ ਵੀ ਕੰਮ ਕਿਸੇ ਤੋਂ ਜ਼ਬਰਦਸਤੀ ਕਰਵਾ ਨਹੀਂ ਸਕਦੇ ਤੇ ਇਹ ਤਾਂ ਇੱਕ ਬੜਾ ਵੱਡਾ ਕੰਮ ਹੈ ਜਿਹੜਾ ਅਸੀਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਸ ਵਾਸਤੇ ਸਭ ਤੋਂ ਪਹਿਲਾਂ ਟ੍ਰੀਟਮੈਂਟ ਵਾਸਤੇ ਤਿਆਰ ਕਰਨਾ ਔਰ ਉਸ ਤੋਂ ਬਾਅਦ ਫਿਰ ਟ੍ਰੀਟਮੈਂਟ ਸ਼ੁਰੂ ਕਰਨਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਟੈਪ ਬਾਏ ਸਟੈਪ ਵੀ ਹੋ ਸਕਦੀਆਂ ਨਾ ਕਿ ਜ਼ਬਰਦਸਤੀ ਕਰਕੇ। ਜੀ ਤੇ ਡਾਕਟਰ ਸਾਹਿਬ ਇੱਕ ਚੀਜ਼ ਇਹ ਵੀ ਦੇਖੀ ਜਾਂਦੀ ਹੈ ਕਿ ਕਈ ਬੱਚੇ ਨਸ਼ਾ ਛੱਡਣਾ ਚਾਹੁੰਦੇ ਆ ਹਨਾ ਤੇ ਦੂਸਰਾ ਉਹਦੇ ਵਿੱਚ ਉਹ ਝਿਜਕ ਮਹਿਸੂਸ ਕਰਦਾ ਹੈ ਕਿ ਜੇ ਮੈਂ ਨਸ਼ਾ ਛਡਾਊ ਕੇਂਦਰ ਤੇ ਗਿਆ ਜਾਂ ਕਿਸੇ ਨੂੰ ਪਤਾ ਲੱਗ ਗਿਆ ਤੇ ਕਿਉਂਕਿ ਮੈਂ ਪਹਿਲਾਂ ਤਾਂ ਚੋਰੀ ਨਸ਼ਾ ਕਰਦਾ ਸੀ ਤੇ ਮੈਨੂੰ ਕਿਹੜੀਆਂ ਨਜ਼ਰਾਂ ਨਾਲ ਦੇਖਿਆ ਜਾਊਗਾ ਤੇ ਉਹ ਬੱਚਾ ਚਾਹੁੰਦਾ ਵੀ ਹੈ ਕਿ ਮੈਂ ਇਸ ਦਲਦਲ ਦੇ ਵਿੱਚੋਂ ਨਿਕਲਾਂ ਤੇ ਉਹ ਕੀ ਕਰ ਸਕਦਾ ਤੇ ਕਿਸ ਜ਼ਰੀਏ ਦੇ ਨਾਲ ਤੁਹਾਡੇ ਤੱਕ ਪਹੁੰਚ ਸਕਦਾ ਹੈ ਕਿ ਮੈਨੂੰ ਕੋਈ ਹੀਣ ਭਾਵਨਾ ਦੇ ਨਾਲ ਵੀ ਨਾ ਦੇਖੇ ਤੇ ਮੈਂ ਇਸ ਦਲਦਲ ਦੇ ਵਿੱਚੋਂ ਵੀ ਨਿਕਲ ਜਾਵਾਂ? ਦੇਖੋ ਇਹ ਚੀਜ਼ ਸਭ ਤੋਂ ਪਹਿਲਾਂ ਜ਼ਰੂਰੀ ਜਿਹੜੀ ਚੀਜ਼ ਸਮਝਣ ਵਾਲੀ ਹੈ ਕਿ ਜਿਹੜੇ ਸਾਡੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਪੇਸ਼ੈਂਟਸ ਆਉਂਦੇ ਆ ਉਹਨਾਂ ਦਾ ਜਿਹੜੀ ਜਾਣਕਾਰੀ ਹੈ ਪੂਰੀ ਦੀ ਪੂਰੀ ਤਰ੍ਹਾਂ ਨਾਲ ਗੁਪਤ ਰੱਖੀ ਜਾਂਦੀ ਹੈ, ਉਹ ਕਿਸੇ ਨਾਲ ਵੀ ਸ਼ੇਅਰ ਨਹੀਂ ਕੀਤੀ ਜਾਂਦੀ। ਈਵਨ ਕਿ ਕਿਸੇ ਵੀ ਅਥਾਰਟੀਜ਼ ਨਾਲ ਪੁਲਿਸ ਨਾਲ ਖਾਸ ਕਰਕੇ ਕਿਸੇ ਨਾਲ ਵੀ ਸ਼ੇਅਰ ਨਹੀਂ ਕੀਤੀ ਜਾਂਦੀ ਜਦ ਤੱਕ ਕਿ ਕੋਈ ਏਦਾਂ ਦਾ ਕਿ ਬਹੁਤ ਜ਼ਿਆਦਾ ਕੋਈ
ਕ੍ਰਿਮੀਨਲ ਐਕਟੀਵਿਟੀਜ਼ 'ਚ ਵਾਂਟਡ ਨਾ ਹੋਵੇ ਪੇਸ਼ੈਂਟ, ਤਾਂ ਅਸੀਂ ਇਹ ਜਿਹੜੀਆਂ ਜਾਣਕਾਰੀਆਂ ਕਿਸੇ ਵੀ ਪੇਸ਼ੈਂਟ ਦੀ ਸ਼ੇਅਰ ਨਹੀਂ ਕਰਦੇ ਹਾਂ ਜੀ ਜੀ। ਔਰ ਦੂਸਰਾ ਕਿ ਜਦੋਂ ਪੇਸ਼ੈਂਟ ਇੱਥੇ ਆ ਜਾਂਦਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਕੰਫਰਟੇਬਲੀ ਰੱਖਿਆ ਜਾਵੇ ਔਰ ਉਹਨੂੰ ਸਿਰਫ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਮਿਲਣ ਦਿੱਤਾ ਜਾਂਦਾ, ਹੋਰ ਕਿਸੇ ਨਾਲ ਨਹੀਂ ਮਿਲਣ ਦਿੱਤਾ ਜਾਂਦਾ, ਨਾ ਹੀ ਕੋਈ ਉਹਦੇ ਬਾਰੇ ਜਾਣਕਾਰੀ ਵੀ ਨਹੀਂ ਦਿੱਤੀ ਜਾਂਦੀ, ਨਾ ਹੀ ਉਹਨੂੰ ਕਿਸੇ ਹੋਰ ਨੂੰ ਮਿਲਣ ਦਿੱਤਾ ਜਾਂਦਾ। ਸੋ ਇਸ ਕਰਕੇ ਜਿਹੜੀ ਇਹ ਚੀਜ਼ ਸੋਚਣਾ ਕਿ ਕੋਈ ਲੋਕ ਕਿਸ ਤਰ੍ਹਾਂ ਦੀਆਂ ਨਜ਼ਰਾਂ ਨਾਲ ਦੇਖਣਗੇ, ਕੀ ਸੋਚਣਗੇ ਮੇਰੇ ਬਾਰੇ, ਉਹ ਇੱਕ ਤਾਂ ਉਸ ਪੇਸ਼ੈਂਟ ਦੇ ਬਾਰੇ ਕਿਸੇ ਨੂੰ ਜਾਣਕਾਰੀ ਹੋਰ ਨਹੀਂ ਹੈ। ਦੂਸਰਾ ਕਿ ਜਿਹੜਾ ਵਿਅਕਤੀ ਜਦੋਂ ਨਸ਼ਾ ਕਰਦਾ ਸੀ ਉਦੋਂ ਤਾਂ ਉਹਨੂੰ ਬਹੁਤ ਮਾੜੀਆਂ ਨਜ਼ਰਾਂ ਨਾਲ ਜ਼ਰੂਰ ਦੇਖਿਆ ਜਾਂਦਾ, ਪਰ ਜਦੋਂ ਇਸ ਟ੍ਰੀਟਮੈਂਟ ਪ੍ਰੋਸੈਸ ਦੇ ਵਿੱਚ ਆ ਗਿਆ ਇਹਦਾ ਮਤਲਬ ਹੈ ਕਿ ਉਹ ਠੀਕ ਹੋਣ ਵਾਲੇ ਪਾਸੇ ਨੂੰ ਆਇਆ। ਜਦੋਂ ਵਿਅਕਤੀ ਠੀਕ ਹੋਣ ਵਾਲੇ ਪਾਸੇ ਨੂੰ ਚੱਲਦਾ ਤਾਂ ਫਿਰ ਉਹਨੂੰ ਮਾੜੀਆਂ ਨਜ਼ਰਾਂ ਨਾਲ ਨਹੀਂ ਦੇਖਿਆ ਜਾਂਦਾ। ਲੋਕ ਸਗੋਂ ਐਪਰੀਸ਼ੀਏਟ ਕਰਦੇ ਆ ਜਦੋਂ ਸਾਡੇ ਕੋਲ ਜਿਹੜੇ ਸਪਿਰਿਚੁਅਲ ਲੀਡਰਸ ਆਉਂਦੇ ਆ ਜਾਂ NGOs ਆਉਂਦੇ ਆ, ਉਹਨਾਂ ਦੀਆਂ ਇਸ ਜਿਹੜੀ ਐਕਟੀਵਿਟੀ ਹੈ ਜਾਂ ਇਹ ਜਿਹੜੀ ਜਿਸ ਤਰ੍ਹਾਂ ਨਾਲ ਮੋਟੀਵੇਟਡ ਹੋ ਕੇ ਆਏ ਹੈ ਇਸ ਚੀਜ਼ ਨੂੰ ਬਹੁਤ ਉਹ ਪ੍ਰੇਜ਼ ਕਰਦੇ ਆ, ਬਹੁਤ ਉਹਨਾਂ ਨੂੰ ਹੋਰ ਹੱਲਾਸ਼ੇਰੀ ਦਿੰਦੇ ਇਸ ਕੰਮ ਚੋਂ ਠੀਕ ਹੋਣ ਵਾਸਤੇ, ਇਸ ਕੰਮ ਚੋਂ ਬਾਹਰ ਨਿਕਲਣ ਵਾਸਤੇ। ਜੀ ਜੀ। ਤੇ ਡਾਕਟਰ ਸਾਹਿਬ ਇੱਕ ਚੀਜ਼ ਹੋਰ ਵੀ ਹੁੰਦੀ ਹੈ ਕਿ ਹੁਣ ਆਮ ਹੀ ਦੇਖੀਦਾ ਕਿ ਕਈ ਵਾਰ ਜਦੋਂ ਬੱਚਾ ਪਹਿਲਾਂ ਨਸ਼ਾ ਛੱਡਦਾ ਹੈ ਤਾਂ ਬੜੀ ਮਤਲਬ ਉਹਨੂੰ ਗਲਤ ਨਿਗਾਹ ਦੇ ਨਾਲ, ਗਲਤ ਸ਼ਬਦਾਂ ਦੇ ਨਾਲ ਉਹਨੂੰ ਬੋਲਿਆ ਜਾਂਦਾ ਆ। ਜਦੋਂ ਉਹ ਛੱਡ ਕੇ ਆਉਂਦਾ ਆ, ਨਸ਼ਾ ਛੱਡ ਕੇ ਆਉਂਦਾ ਆ, ਉਹ ਆਪਣੀ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰਦਾ ਆ, ਉਸ ਸਮਾਜ ਨੂੰ ਮਤਲਬ ਜਿਹੜੀ ਜਗ੍ਹਾ ਤੇ ਰਹਿ ਰਿਹਾ ਉਹਨਾਂ ਲੋਕਾਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਜਿਹੜਾ ਸਮਾਂ ਆ ਤਬਦੀਲ ਜਿਹੜਾ ਹੋਇਆ ਆ ਉਹਨੂੰ ਕਿਸ ਤਰ੍ਹਾਂ ਨਾਲ ਰਹਿਣਾ ਚਾਹੀਦਾ, ਕਿਵੇਂ ਦਾ ਉਹਨੂੰ ਮਾਹੌਲ ਦੇਣਾ ਚਾਹੀਦਾ, ਕਿਉਂਕਿ ਸਭ ਤੋਂ ਮੇਨ ਗੱਲ ਤੇ ਇਹੀ ਹੁੰਦੀ ਨਸ਼ਾ ਛੱਡ ਕੇ ਆ ਚੁੱਕਾ ਹੈ ਤੇ ਨਵੇਂ ਮਾਹੌਲ ਦੇ ਵਿੱਚ, ਨਵੀਂ ਜ਼ਿੰਦਗੀ ਦੇ ਵਿੱਚ ਪੈਰ ਪਾਇਆ ਤੇ ਉਹਨੂੰ ਕੀ ਕਰਨਾ ਚਾਹੀਦਾ ਹੈ ਤੇ ਪਰਿਵਾਰ ਨੂੰ ਕਿਹੋ ਜਿਹਾ ਸਹਿਯੋਗ ਦੇਣਾ ਚਾਹੀਦਾ ਤੇ ਲੋਕਾਂ ਨੂੰ ਕਿਵੇਂ ਦਾ? ਜੀ, ਇਹ ਸਭ ਤੋਂ ਪਹਿਲੀ ਚੀਜ਼ ਕਿ ਜਿਹੜਾ ਅਸੀਂ ਜਦੋਂ ਵੀ ਗੱਲ ਕਰਦੇ ਹਾਂ ਕਿ ਨਸ਼ੇ ਦੇ ਇਲਾਜ ਦਾ ਜਾਂ ਨਸ਼ੇ ਦੇ ਖਾਤਮੇ ਦਾ ਬਹੁਤ ਵੱਡਾ ਇੱਕ ਜਿਹੜਾ ਪ੍ਰੋਸੀਜਰ ਹੈ, ਜਿਹੜਾ ਮੁਹਿੰਮ ਜਿਹੜੀ ਬਹੁਤ ਵੱਡੀ ਕੈਂਪੇਨ ਚੱਲਦੀ ਹੈ, ਉਹਦੇ ਵਿੱਚ ਯੋਗਦਾਨ ਜਿਹੜਾ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਹੈ ਉਹ ਕਮਿਊਨਿਟੀ ਦਾ ਹੈ। ਸਮਾਜ ਦਾ ਯੋਗਦਾਨ ਸਭ ਤੋਂ ਜ਼ਿਆਦਾ ਵੱਡਾ ਹੋਣਾ ਚਾਹੀਦਾ, ਉਹ ਹੁੰਦਾ ਵੀ ਹੈ। ਉਹਦੇ ਵਿੱਚ ਸਿਰਫ ਇਹ ਚੀਜ਼ ਕਿ ਆਪਾਂ ਕਿ ਲੋਕਾਂ ਨੂੰ ਅਵੇਅਰ ਕਰਨਾ, ਲੋਕਾਂ ਨੂੰ ਨਸ਼ਿਆਂ ਦੇ ਦੁਸ਼ਪ੍ਰਭਾਵਾਂ ਬਾਰੇ ਦੱਸਦੇ ਰਹਿਣਾ ਸਿਰਫ, ਔਰ ਜੋ ਕੋਈ ਨਸ਼ੇ 'ਚ ਲੱਗ ਚੁੱਕੇ ਉਹਨਾਂ ਨੂੰ ਇਲਾਜ ਵਾਸਤੇ ਲੈ ਕੇ ਆਉਣਾ, ਸਿਰਫ ਉਹੀ ਐਕਟੀਵਿਟੀ ਸ਼ਾਮਿਲ ਨਹੀਂ ਹੈ। ਉਹਦੇ ਵਿੱਚ ਇਹ ਚੀਜ਼ ਵੀ ਸ਼ਾਮਿਲ ਹੈ ਕਿ ਜਦੋਂ ਉਹ ਵਿਅਕਤੀ ਠੀਕ ਹੋ ਕੇ ਵਾਪਸ ਚਲੇ ਜਾਂਦਾ ਹੈ ਉਹਨੂੰ ਉਸ ਕਮਿਊਨਿਟੀ ਵਿੱਚ, ਸੁਸਾਇਟੀ ਵਿੱਚ ਐਕਸੈਪਟ ਕਰਨਾ, ਉਹਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਜੋੜਨਾ ਹੈ, ਜਿਹੜਾ ਕਿ ਸਮਾਜ ਦਾ ਕੰਮ ਹੈ। ਉਹ ਤਦੇ ਜੁੜ ਸਕਦਾ ਜਦੋਂ ਅਸੀਂ ਉਹਨਾਂ ਨਾਲ ਜਿਹੜੀ ਹੀਨ ਭਾਵਨਾ ਹੈ ਉਹ ਖਤਮ ਕਰ ਦਈਏ, ਉਹਨੂੰ ਜਿਹੜੇ ਬਾਕੀ ਜਿਸ ਤਰ੍ਹਾਂ ਬਾਕੀ ਲੋਕਾਂ ਨਾਲ ਬਿਹੇਵ ਕਰਦੇ, ਬਾਕੀ ਲੋਕਾਂ ਨਾਲ ਅਸੀਂ ਬਾਕੀ ਲੋਕਾਂ ਦੇ ਨੂੰ ਵਿਚਰਨ ਦਾ ਮੌਕਾ ਦਿੰਦੇ ਹਾਂ, ਬਾਕੀ ਲੋਕਾਂ ਨਾਲ ਵਿਹਾਰ ਕਰਦੇ ਹਾਂ, ਉਹਦੇ ਨਾਲ ਵੀ ਉਸੇ ਤਰ੍ਹਾਂ ਹੀ ਵਿਹਾਰ ਕੀਤਾ ਜਾਏ, ਉਹਦੇ ਤੇ ਵੀ ਉਸ ਤਰ੍ਹਾਂ ਦਾ ਹੀ ਟਰਸਟ ਕੀਤਾ ਜਾਏ, ਫਿਰ ਹੀ ਜਿਹੜਾ ਬੱਚਾ ਹੈ ਉਹ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਸਕਦਾ ਹੈ ਔਰ ਫਿਰ ਹੀ ਉਹਦੇ ਦਿਮਾਗ ਵਿੱਚ ਇੱਕ ਗੱਲ ਬੈਠ ਸਕਦੀ ਹੈ ਕਿ ਹਾਂ ਮੈਂ ਵਾਕਈ ਇਸ ਚੀਜ਼ ਤੋਂ ਠੀਕ ਹੋ ਗਿਆ ਔਰ ਮੈਂ ਜਿਹੜਾ ਲੋਕਾਂ ਨੇ ਮੈਨੂੰ, ਸੋਸਾਇਟੀ ਨੇ ਮੈਨੂੰ ਐਕਸੈਪਟ ਕਰ ਲਿਆ। ਬਿਲਕੁਲ ਜੀ, ਬਿਲਕੁਲ। ਤੇ ਡਾਕਟਰ ਸਾਹਿਬ ਇੱਕ ਚੀਜ਼ ਹੋਰ ਆ, ਇਹ ਸੀ ਜਿਹੜੇ ਬੱਚੇ ਦਿਲੋਂ ਚਾਹੁੰਦੇ ਆ ਛੱਡ ਕੇ ਆ ਜਾਂਦੇ ਆ, ਪਰ ਕਿਤੇ ਮੈਂ ਕੇਸਿਸ ਦੇ ਵਿੱਚ ਮੈਂ ਆਪਣੇ ਅੱਖੀ ਵੀ ਦੇਖਿਆ ਹੈ ਕਿ ਬੱਚੇ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੇਜਿਆ ਜਾਂਦਾ ਆ। ਉਸ ਤੋਂ ਬਾਅਦ ਵਿੱਚ ਕੀ ਹੁੰਦਾ ਹੈ ਕਿ ਬੱਚਾ ਆਪਣੀ ਪਹਿਲਾਂ ਵਾਂਗੂ ਲਾਈਫ ਜੀਂਦਾ ਆ ਕਿ ਮਤਲਬ ਹੁਣ ਸਹੀ ਤਰੀਕੇ ਨਾਲ ਨਸ਼ੇ ਵੱਲ ਨਹੀਂ ਜਾਂਦਾ, ਪਰ ਕਿਤੇ ਨਾ ਕਿਤੇ ਜਿਹੜੀ ਸੁਸਾਇਟੀ ਆ ਜਾਂ ਉਹ ਫਰੈਂਡ ਸਰਕਲ ਆ ਉਹਨਾਂ ਵਿੱਚ ਫਿਰ ਉੱਠਣਾ ਬੈਠਣਾ ਸ਼ੁਰੂ ਕਰ ਦਿੰਦਾ ਆ ਤੇ ਉਹ ਫਿਰ ਉਸ ਦਲਦਲ ਦੇ ਵਿੱਚ ਫਸ ਜਾਂਦਾ ਆ ਤੇ ਉਸ ਦਲਦਲ ਦੇ ਵਿੱਚ ਨਾ ਫਸੇ ਤੇ ਇਹਦੇ ਲਈ ਉਹਨੇ ਪੇਰੈਂਟਸ ਨੂੰ ਤੇ ਉਸ ਬੱਚੇ ਨੂੰ ਕਿਵੇਂ ਪ੍ਰਪੇਅਰ ਕੀਤਾ ਜਾ ਸਕਦਾ ਆ? ਉਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਅਸੀਂ ਜਦੋਂ ਇੱਥੋਂ ਪੇਸ਼ੈਂਟ ਨੂੰ ਡਿਸਚਾਰਜ ਕਰਦੇ ਹਾਂ ਤਾਂ ਉਹਨਾਂ ਨੂੰ, ਪੇਰੈਂਟਸ ਨੂੰ ਪਹਿਲਾਂ ਤਾਂ ਇਹ ਹੈ ਕਿ ਜਦੋਂ ਵੀ ਅਸੀਂ ਇੱਥੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਤਾਂ ਅਸੀਂ ਫੈਮਿਲੀ ਕਾਉਂਸਲਿੰਗ ਸੈਸ਼ਨਸ ਨਾਲ ਕੰਡਕਟ ਕਰਦੇ ਹਾਂ ਵੀਕਲੀ। ਅਸੀਂ ਫੈਮਿਲੀਜ਼ ਨੂੰ ਵੀ ਬੁਲਾਉਂਦੇ ਹਾਂ ਔਰ ਫੈਮਿਲੀ ਦਾ ਰੋਲ ਜਿਹੜਾ ਹੈ ਉਹ ਦੱਸਿਆ ਜਾਂਦਾ ਕਿ ਫੈਮਿਲੀਜ਼ ਨੇ ਕਿਸ ਤਰ੍ਹਾਂ ਨਾਲ ਜਾ ਕੇ ਤਾਂ ਪੇਸ਼ੈਂਟ ਨਾਲ ਬਿਹੇਵ ਕਰਨਾ ਜਾਂ ਫੈਮਿਲੀ ਦਾ ਕੀ ਰੋਲ ਹੋਣਾ ਚਾਹੀਦਾ। ਬਿਲਕੁਲ ਜੀ। ਉਸ ਦੇ ਨਾਲ ਇਹ ਜ਼ਰੂਰ ਕਿਹਾ ਜਾਂਦਾ ਫੈਮਿਲੀਜ਼ ਨੂੰ ਕਿ ਪੇਸ਼ੈਂਟ ਨੂੰ ਜਦੋਂ ਜਿਹੜਾ ਇਸ ਤੋਂ ਛੁੱਟੀ ਹੋਣ ਤੋਂ ਬਾਅਦ ਜਿਹੜਾ ਇਸ ਤੋਂ ਟ੍ਰੀਟਮੈਂਟ ਇਹ ਵਾਲਾ ਕੰਪਲੀਟ ਹੋ ਗਿਆ ਤਾਂ ਉਸ ਤੋਂ ਬਾਅਦ ਉਹਨੂੰ ਫੋਲੋ ਅਪ ਵਾਸਤੇ ਜ਼ਰੂਰ ਲੈ ਕੇ ਆਉਣਾ, ਚਾਹੇ ਉਹਦੇ ਵਿੱਚ ਕੋਈ ਮੈਡੀਸਿਨ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ। ਉਹਦੇ ਵਿੱਚ ਜਿਹੜੀ ਕਾਉਂਸਲਿੰਗ ਸੈਸ਼ਨਜ਼ ਹੈ ਉਹ ਵੀ ਕੰਡਕਟ ਕੀਤੇ ਜਾ ਸਕਦੇ ਹੈ। ਜ਼ਰੂਰੀ ਨਹੀਂ ਕਿ ਮੈਡੀਸਿਨ ਨੂੰ ਹੀ ਮੈਡੀਸਿਨ ਚਲਾਉਣ ਨੂੰ ਹੀ ਫੋਲੋ ਅਪ ਕਿਹਾ ਜਾਂਦਾ ਹੈ, ਮਤਲਬ ਵੈਸੇ ਸਿਰਫ ਕਾਉਂਸਲਿੰਗ ਸੈਸ਼ਨਜ਼ ਜਿਹੜੇ ਕੰਡਕਟ ਕਰਨੇ ਉਹ ਵੀ ਜ਼ਰੂਰੀ ਹੈ ਕਿ ਹਫ਼ਤੇ ਬਾਅਦ ਜਾਂ 10 ਦਿਨ ਬਾਅਦ ਪੇਸ਼ੈਂਟ ਜਿਹੜਾ ਆਉਂਦਾ ਹੈ ਆ ਕੇ ਕਾਉਂਸਲਰ ਨਾਲ ਬੈਠਦਾ ਹੈ, ਗੱਲਬਾਤ ਕਰਦਾ ਹੈ
ਉਹਦੇ ਨਾਲ ਇਹ ਹੈ ਕਿ ਇੱਕ ਪੇਸ਼ੈਂਟ ਦਾ ਇੱਕ ਜਿਹੜਾ ਰਾਬਤਾ ਜਿਹੜਾ ਕਾਇਮ ਰਹਿੰਦਾ ਹੈ ਇਸ ਇੰਸਟੀਟਿਊਸ਼ਨ ਦੇ ਨਾਲ, ਔਰ ਪੇਸ਼ੈਂਟ ਨੂੰ ਇੱਕ ਚੀਜ਼ ਇਹ ਪਤਾ ਰਹਿੰਦੀ ਹੈ ਕਿ ਕਿਹੜੀਆਂ ਚੀਜ਼ਾਂ ਮੈਨੂੰ ਜਿਹੜੀਆਂ ਨਸ਼ੇ ਵਾਲੇ ਪਾਸੇ ਨੂੰ ਲੈ ਕੇ ਜਾਂਦੀਆਂ। ਔਰ ਜਦੋਂ ਮੈਨੂੰ ਇਸ ਤਰ੍ਹਾਂ ਦੀ ਜਦੋਂ ਤਕਲੀਫ ਆਉਂਦੀ ਹੈ, ਜਦੋਂ ਮੇਰਾ ਮਨ ਉਸ ਪਾਸੇ ਵੱਲ ਨੂੰ ਭਟਕਦਾ ਹੈ, ਉਸ ਪਾਸੇ ਵੱਲ ਨੂੰ ਜਾਣ ਨੂੰ ਕਰਦਾ ਹੈ, ਤਾਂ ਮੈਂ ਕਿਹੜੀ ਐਸਾ ਇੰਸਟੀਟਿਊਸ਼ਨ ਹੈਗਾ ਕਿ ਜਿੱਥੇ ਮੈਂ ਜਾ ਕੇ ਮਦਦ ਜਿਹੜੀ ਉਹ ਲੈ ਸਕਦਾ ਜਾਂ ਜਿੱਥੇ ਮੈਨੂੰ ਮਦਦ ਮਿਲ ਸਕਦੀ ਹੈ। ਤਾਂ ਪੇਸ਼ੈਂਟ ਨਾਲ ਇੱਥੇ ਇਹਦੇ ਨਾਲ ਜੁੜੇ ਰਹਿਣਾ ਹੈ ਬਹੁਤ ਜ਼ਰੂਰੀ ਹੁੰਦਾ। ਔਰ ਪੇਸ਼ੈਂਟ ਦਾ ਕਿਉਂਕਿ ਇਹ ਪੂਰੇ ਐਸੋਸੀਏਸ਼ਨ ਬਣੀ ਹੋਈ ਹੈ, ਇਸ ਕਰਕੇ ਪੇਸ਼ੈਂਟ ਆਪਣੇ ਆਪ ਜਾਂ ਪੇਰੈਂਟਸ ਉਹਨੂੰ ਮੋਟੀਵੇਟ ਵੀ ਕਰ ਸਕਦੇ ਆ ਕਿ ਜਦੋਂ ਲੱਗਦਾ ਉਹਨਾਂ ਨੂੰ ਕਿ ਉਹ ਸੁਸਾਇਟੀ ਫਿਰ ਉਸੇ 'ਚ ਵਾਪਸ ਜਾਣਾ ਸ਼ੁਰੂ ਹੋ ਗਿਆ ਤਾਂ ਉਹ ਉਹਨੂੰ ਸਮਝਾ ਸਕਦੇ ਕਿ ਕੋਈ ਗੱਲ ਨਹੀਂ, ਅਸੀਂ ਫਿਰ ਦੁਬਾਰਾ ਉੱਥੇ ਚੱਲਦੇ ਹਾਂ, ਤੇਰੀ ਮਦਦ ਉੱਥੇ ਜਾ ਕੇ ਲੈਂਦੇ ਹਾਂ, ਜਿਸ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੈ, ਜੇ ਮੈਡੀਸਿਨ ਦੀ ਲੋੜ ਹੈ, ਕੋਈ ਕਾਉਂਸਲਿੰਗ ਦੀ ਲੋੜ ਹੈ, ਐਡਮਿਸ਼ਨ ਦੀ ਲੋੜ ਹੈ ਜਾਂ ਘਰ ਰਹਿ ਕੇ ਦਵਾਈ ਖਾਣ ਦੀ ਲੋੜ ਹੈ, ਜਿਸ ਤਰ੍ਹਾਂ ਦੀ ਮਦਦ ਹੈ ਉਹ ਸਾਨੂੰ ਉੱਥੋਂ ਮਿਲ ਜਾਣੀ ਹੈ। ਔਰ ਪੇਸ਼ੈਂਟ ਨੂੰ ਦੇ ਨਾਲ ਔਰ ਪੇਸ਼ੈਂਟ ਦਾ ਔਰ ਜੋ ਸਰਵਿਸ ਪ੍ਰੋਵਾਈਡਰਸ ਹੈ ਜਿਸ ਤਰ੍ਹਾਂ ਇੰਸਟੀਟਿਊਸ਼ਨ ਹੈ ਉਹਦਾ ਇੱਕ ਜਿਹੜਾ ਬੌਂਡ ਹੈ ਉਹ ਬਣਿਆ ਰਹਿਣਾ ਚਾਹੀਦਾ ਹਮੇਸ਼ਾ। ਜੀ ਤੇ ਡਾਕਟਰ ਸਾਹਿਬ ਇੱਕ ਚੀਜ਼ ਹੋਰ ਮੇਰੇ ਜ਼ਿਹਨ ਦੇ ਵਿੱਚ ਹੀ ਖੁਦ ਮੈਨੂੰ ਨਹੀਂ ਪਤਾ ਕੀ ਪੁੱਛਣਾ ਚਾਹੀਦਾ, ਫਿਰ ਵੀ ਮੈਂ ਪੁੱਛਾਂਗੀ, ਗੌਰਮੈਂਟ ਵੱਲੋਂ ਕਿੰਨੀਆਂ ਕੁ ਦਵਾਈਆਂ ਜਿਹੜੀਆਂ ਇਹੋ ਜਿਹੇ ਸੈਂਟਰਾਂ ਦੇ ਵਿੱਚ ਪ੍ਰੋਵਾਈਡ ਕੀਤੀਆਂ ਜਾਂਦੀਆਂ ਤੇ ਕੀ ਇਹੋ ਜਿਹੇ ਜਿਹੜੇ ਬੱਚਿਆਂ ਨੂੰ ਨਸ਼ਾ ਛਡਾਉਣ ਦੇ ਲਈ ਆ ਰਹੇ ਆ ਉਹਨਾਂ ਵੱਲੋਂ ਕੀ ਚਾਰਜ ਜਿਹੜਾ ਲਿਆ ਜਾਂਦਾ? ਕਿਉਂਕਿ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ, ਮੈਨੂੰ ਲੱਗਦਾ ਸਾਰਿਆਂ ਦੇ ਜ਼ਿਹਨ ਦੇ ਵਿੱਚ ਵੀ ਹੋਊਗਾ। ਪੇਰੈਂਟਸ ਵੱਲੋਂ ਕਿੰਨੇ ਪੈਸੇ ਲੈ ਜਾਂਦੇ ਆ ਜਾਂ ਜਿਹੜੀਆਂ ਦਵਾਈਆਂ ਆ ਗੌਰਮੈਂਟ ਵੱਲੋਂ ਕਿੰਨੀਆਂ ਜਾਂ ਪ੍ਰਾਈਵੇਟ ਅਦਾਰੇ ਵੱਲੋਂ ਮਤਲਬ ਪ੍ਰਾਈਵੇਟ ਤੌਰ ਤੇ ਕਿੰਨੀਆਂ ਦਵਾਈਆਂ ਬਾਹਰੋਂ ਮੰਗਾਈਆਂ ਜਾਂਦੀਆਂ ਆ? ਇਹ ਜਿਹੜੇ ਇੱਥੇ ਗਵਰਨਮੈਂਟ ਨੇ ਹੁਣ ਜਿਹੜੇ ਟ੍ਰੀਟਮੈਂਟ ਹੈ, ਐਡਮਿਸ਼ਨ ਵਾਲਾ ਟ੍ਰੀਟਮੈਂਟ ਹੈ, ਉਹ ਸਾਰਾ ਫ੍ਰੀ ਕਰ ਦਿੱਤਾ ਹੈ। ਜਦੋਂ ਇੱਥੇ ਪੇਸ਼ੈਂਟ ਦਾਖਲ ਹੁੰਦਾ ਹੈ ਕਿ ਜਿਸ ਤਰ੍ਹਾਂ ਪਹਿਲਾਂ ਚਾਰਜਸ ਲਏ ਜਾਂਦੇ ਸੀ ਉਹ ਜਿਹੜਾ ਫ੍ਰੀ ਹੋ ਗਿਆ ਟ੍ਰੀਟਮੈਂਟ। ਦੂਸਰੀ ਚੀਜ਼ ਕਿ ਉਹਦੇ ਨਾਲ ਕੁਝ ਇੱਕ ਟ੍ਰੀਟਮੈਂਟ ਪ੍ਰੋਗਰਾਮ ਜਿਹੜੇ ਗਵਰਨਮੈਂਟ ਵੱਲੋਂ ਹੋਰ ਚਲਾਏ ਜਾ ਰਹੇ ਆ ਜਿਹੜੇ ਕਿ ਜਿਹਦੇ ਵਿੱਚ ਕਿ ਰੋਜ਼ ਦਵਾਈ ਪੇਸ਼ੈਂਟ ਖਾਣ ਆਉਂਦਾ ਹੈ, ਰੋਜ਼ ਦਵਾਈ ਲੈਣ ਵਾਸਤੇ ਆ ਕੇ ਬੈਠ ਕੇ ਖਾ ਕੇ ਜਾਂਦਾ, ਉਹ ਟੋਟਲੀ ਫ੍ਰੀ ਆਫ ਕਾਸਟ ਹੈ। ਉਹ ਜਿਹੜੇ ਇਹ ਤਾਂ ਜਿਸ ਤਰ੍ਹਾਂ ਪਹਿਲਾਂ ਵੀ ਬਹੁਤ ਨੋਮੀਨਲ ਚਾਰਜਸ ਸੀਗੇ ਉਹਨੂੰ ਵੀ ਗਵਰਨਮੈਂਟ ਨੇ ਉਹ ਲੀਵ ਆਫ ਕਰ ਦਿੱਤਾ ਔਰ ਫ੍ਰੀ ਜਿਹੜੀ ਟ੍ਰੀਟਮੈਂਟ ਹੈ ਫ੍ਰੀ ਕਰ ਦਿੱਤੀ ਗਈ। ਜੀ ਜੀ ਤੇ ਡਾਕਟਰ ਸਾਹਿਬ ਇੱਕ ਚੀਜ਼ ਹੋਰ ਆ, ਹੁਣ ਜਿੱਦਾਂ ਕਿ ਜਿਹੜਾ ਬੱਚਾ ਨਸ਼ਾ ਛੱਡ ਰਿਹਾ ਜਾਂ ਤੁਹਾਡੇ ਇੱਥੇ ਸੈਂਟਰ ਦੇ ਵਿੱਚ ਆ ਰਿਹਾ ਆ, ਉਹਦੀ ਖਾਦ ਖੁਰਾਕ ਕਿਵੇਂ ਦੀ ਹੁੰਦੀ ਆ ਤੇ ਉਹ ਕੌਣ ਪ੍ਰੋਵਾਈਡ ਕਰਦਾ ਆ? ਇਹ ਵੀ ਇੱਕ ਸਵਾਲ ਜਿਹੜਾ ਬਣ ਜਾਂਦਾ ਹਰ ਇੱਕ ਦੇ ਜਨ ਦੇ ਵਿੱਚ ਹੋਏਗਾ ਕਿ ਮੈਂ ਉਥੋਂ ਕਿਵੇਂ ਦੀ ਖੁਰਾਕ ਲਵਾਂਗਾ ਜਾਂ ਕੀ ਹਿਸਾਬ ਕਿਤਾਬ ਆ ਸਾਰਾ? ਜਿਹੜੇ ਤਾਂ ਪੇਸ਼ੈਂਟ ਸਾਡੇ ਕੋਲ ਇੱਥੇ ਆ ਕੇ ਐਡਮਿਟ ਹੁੰਦੇ ਆ ਉਹਨਾਂ ਨੂੰ ਤਾਂ ਖਾਣਾ ਅਸੀਂ ਇੱਥੋਂ ਅੰਦਰੋਂ ਪ੍ਰੋਵਾਈਡ ਕਰਾਉਂਦੇ, ਜਿਹੜੀ ਸਾਡੀ ਕਿਚਨ ਚੱਲਦੀ ਹੈ। ਜਿਹੜੇ ਪੇਸ਼ੈਂਟ ਐਡਮਿਟ ਨਹੀਂ ਹੁੰਦੇ ਉਹਨਾਂ ਨੇ ਤਾਂ ਆਪਣੇ ਖਾਣ ਪੀਣ ਦਾ ਆਪਣਾ ਹੀ ਇੰਤਜ਼ਾਮ ਕਰਨਾ ਹੁੰਦਾ ਹੈ। ਦੂਸਰਾ ਇਹ ਕਿ ਜਿਹੜੇ ਖੁਰਾਕ ਜਿਹੜੀ ਅਸੀਂ ਘਰ ਵਿੱਚ ਰੂਟੀਨ ਵਿੱਚ ਖਾਂਦੇ ਆ ਉਹ ਕੋਈ ਹੀ ਖਾਣੀ ਜ਼ਰੂਰੀ ਹੈ। ਕੋਈ ਬਹੁਤ ਜ਼ਿਆਦਾ ਐਡੀਸ਼ਨਲ ਕੁਛ ਖਾਣ ਦੀ ਲੋੜ ਜਾਂ ਬਹੁਤ ਜ਼ਿਆਦਾ ਕੋਈ ਚੀਜ਼ਾਂ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਆਮ ਤੌਰ ਤੇ, ਪਰ ਫਿਰ ਵੀ ਜੇ ਕਿਸੇ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਵੀਕਨੈਸ ਫੀਲ ਹੁੰਦੀ ਹੈ ਤਾਂ ਉਹ ਇਹੋ ਜਿਹੇ ਕੇਸਿਸ ਦੇ ਵਿੱਚ ਕੁਛ ਐਡੀਸ਼ਨਲ ਡਾਈਟ ਜਿਹੜੀ ਉਹ ਅਸੀਂ ਸੁਜੈਸਟ ਕਰ ਦਿੰਦੇ ਹਾਂ। ਅਦਰਵਾਈਜ਼ ਆਮ ਕਰਕੇ ਇਹ ਬਹੁਤ ਜ਼ਿਆਦਾ ਚੀਜ਼ਾਂ ਦੀ ਲੋੜ ਪੈਂਦੀ ਨਹੀਂ। ਜੀ 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 ਤੇ ਡਾਕਟਰ ਇੱਕ ਚੀਜ਼ ਹੋਰ ਹੈ ਕਿ ਨਸ਼ੇ ਕਈ ਤਰ੍ਹਾਂ ਦੇ ਨੇ ਹਨਾ, ਹੁਣ ਡਰੱਗ ਨੂੰ ਹੀ ਲੈ ਲਓ, ਇਹਨੂੰ ਪੀਣ ਦੇ ਕਈ ਤਰ੍ਹਾਂ ਦੇ ਤਰੀਕੇ ਨੇ ਤੇ ਜਿਹੜੇ ਵੱਖਰੇ ਵੱਖਰੇ ਤਰੀਕੇ, ਇੱਕ ਤਾਂ ਜਿਹੜੇ ਮਤਲਬ ਹੁਣ ਆਪਾਂ ਮੀਡੀਆ ਦੇ ਵਿੱਚ ਦੇਖਦੇ ਆ, ਕੋਈ ਸੁੰਘਦਾ ਆ, ਕੋਈ ਨਾੜ ਦੇ ਵਿੱਚ ਲਾਉਂਦਾ ਆ, ਇਹਨਾਂ ਦਾ ਜਿਹੜਾ ਦੋਨਾਂ ਦਾ ਪ੍ਰੋਸੀਜਰ ਆ ਸਭ ਤੋਂ ਪਹਿਲਾਂ ਕਿਹੜਾ ਕਵਰ ਛੇਤੀ ਕਰ ਜਾਂਦਾ ਆ? ਦੇਖੋ ਜਿਸ ਤਰ੍ਹਾਂ ਪੇਸ਼ੈਂਟ ਦੀ ਐਡਿਕਸ਼ਨ ਜਿਹੜੀ ਹੈ ਉਹਨੂੰ ਅਸੀਂ ਟੋਲਰੈਂਸ ਕਰਨੇ ਆ ਕਿ ਸਰੀਰ ਨੂੰ ਔਰ ਦਿਮਾਗ ਨੂੰ ਆਦਤ ਪੈ ਜਾਂਦੀ ਹੈ ਕਿਸੇ ਡਰੱਗ ਦੀ, ਤਾਂ ਉਸੇ ਤਰ੍ਹਾਂ ਹੀ ਉਹਦਾ ਜਿਹੜੀ ਡੋਜ਼ ਹੈ ਉਹ ਵਧਾਉਣ ਦੀ ਲੋੜ ਪੈਂਦੀ ਰਹਿੰਦੀ ਕਿ ਹੌਲੀ ਹੌਲੀ ਉਸ ਚੀਜ਼ ਦੀ ਡੋਜ਼ ਵਧਾਉਣ ਦੀ ਲੋੜ ਪੈਂਦੀ ਹੈ। ਕਈ ਵਾਰੀ ਵਿਅਕਤੀ ਕੋਲ ਪੈਸੇ ਦੀ ਕਮੀ ਹੋਣ ਕਰਕੇ ਉਹ ਡੋਜ਼ ਨਹੀਂ ਵਧਾ ਪਾਉਂਦਾ, ਉਨੀ ਡੋਜ਼ ਦੇ ਨਾਲ ਉਹਨੂੰ ਕੋਈ ਹੋਰ ਤਰੀਕਾ ਜ਼ਰੀਆ ਕਰਨਾ ਪੈਂਦਾ ਕਿ ਜਿਹਦੇ ਨਾਲ ਕਿ ਉਸ ਚੀਜ਼ ਦਾ ਅਸਰ ਹੋ ਸਕੇ ਜਾਂ ਜ਼ਿਆਦਾ ਅਸਰ ਹੋ ਸਕੇ। ਸਭ ਤੋਂ ਪਹਿਲਾਂ ਜਿਸ ਤਰ੍ਹਾਂ ਐਲੂਮੀਨੀਅਮ ਫਾਇਲ ਤੇ ਆਪਾਂ ਕਹਿੰਦੇ ਆ ਕਿ ਥੱਲੇ ਅੱਗ ਜਲਾ ਕੇ ਤਾਂ ਉਹਨੂੰ ਜਿਹੜੇ ਧੂੰਆਂ ਹੈ ਉਹਨੂੰ ਖਿੱਚਿਆ ਜਾਂਦਾ ਅੰਦਰ, ਜਿਹਨੂੰ ਅਸੀਂ ਚੀਜ਼ਿੰਗ ਕਹਿੰਦੇ ਆ। ਦੂਸਰਾ ਮੈਥਡ ਜਿਹੜਾ ਉਸ ਤੋਂ ਉੱਪਰ ਜਿਹੜੀ ਸਟੇਜ ਹੈ, ਸੈਕਿੰਡ ਸਟੇਜ ਹੈ ਜਿਹਦੇ ਵਿੱਚ ਕਿ ਨੱਕ ਨਾਲ ਖਿੱਚਿਆ ਜਾਂਦਾ, ਡਾਇਰੈਕਟਲੀ ਉਹਨੂੰ ਪਾਊਡਰ ਨੂੰ ਨੱਕ ਰਾਹੀਂ ਅੰਦਰ ਖਿੱਚਿਆ ਜਾਂਦਾ। ਤੀਸਰਾ ਫਿਰ ਉਸ ਤੋਂ ਬਾਅਦ ਜਿਹੜਾ ਆ ਜਾਂਦਾ ਕਿ ਸਿੱਧੇ ਇੰਜੈਕਸ਼ਨ ਲੈ ਜਾਣੇ ਕਿ ਜਿਹਦਾ ਕਿ ਸਿੱਧਾ ਹੀ ਖੂਨ ਦੇ ਵਿੱਚ ਚਲੇ ਜਾਣਾ ਤਾਂ ਸਿੱਧਾ ਇਫੈਕਟ ਉਹਦਾ ਸ਼ੁਰੂ ਹੋ ਜਾਂਦਾ। ਬਿਲਕੁਲ ਜੀ ਬਿਲਕੁਲ। ਤੇ ਇਹਨਾਂ ਦਾ ਜਿਹੜਾ ਛੱਡਣ ਦਾ ਪ੍ਰੋਸੀਜਰ ਆ ਉਹ ਕਿਉਂਕਿ ਜਿਹੜਾ ਓਵਰਡੋਜ਼ ਵਾਲਾ, ਜ਼ਿਆਦਾ ਡੋਜ਼ ਵਾਲਾ, ਉਹਨੂੰ ਕਿੰਨਾ ਸਮਾਂ ਲੱਗਦਾ ਤੇ ਜਿਹੜਾ ਮਤਲਬ ਨਾਰਮਲੀ ਸ਼ੁਰੂ ਹੋਇਆ ਹੁੰਦਾ ਬੱਚਾ ਤੇ ਉਹਨੂੰ ਕਿੰਨਾ ਸਮਾਂ ਲੱਗਦਾ ਟ੍ਰੀਟ ਦੇ ਲਈ?
ਆਮ ਤੌਰ ਤੇ ਜਿਹੜੀ ਕੋਈ ਐਵਰੇਜ ਜਿੰਨੀ ਕੁ ਕੁਆਂਟੀਟੀ ਔਰ ਜਿਹੜੀ ਐਵਰੇਜ ਦੀ ਕੁਆਲਿਟੀ ਵਾਲਾ ਕੋਈ ਨਸ਼ਾ ਵਿਅਕਤੀ ਕਰਦਾ ਪਿਆ ਤਾਂ ਉਹਦੇ ਵਾਸਤੇ ਆਮ ਤੌਰ ਤੇ 15 ਤੋਂ 20 ਦਿਨ ਦਾ ਜਾਂ ਵੱਧ ਤੋਂ ਵੱਧ 1 ਮਹੀਨੇ ਦਾ ਸਮਾਂ ਲੱਗਦਾ ਹੈ ਇਹਦੇ ਇਲਾਜ ਵਾਸਤੇ। ਪਰ ਉਹਦੇ ਚ ਕਈ ਬਹੁਤ ਸਾਰੇ ਫੈਕਟਰਸ ਹੁੰਦੇ ਆ, ਬਹੁਤ ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦਾ ਕਿ ਆਦਮੀ ਦੀ ਏਜ ਕਿੰਨੀ ਹੈ, ਕਿੰਨੀ ਦੇਰ ਹੋ ਗਈ ਉਹਨੂੰ ਨਸ਼ਾ ਕਰਦੇ, ਉਹਦੇ ਸਰੀਰ ਦੇ ਬਾਕੀ ਸਿਸਟਮ ਕਿਸ ਤਰ੍ਹਾਂ ਦੇ ਹੈ ਔਰ ਕੁਆਲਿਟੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ, ਉਹ ਨਸ਼ਾ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਉਹ ਜਿਹੜੀ ਯੂਜ਼ ਕਰਦਾ ਰਿਹਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਦੋਨਾਂ ਤੇ ਡਿਪੈਂਡ ਕਰਦਾ। ਆਮ ਤੌਰ ਤੇ 1 ਮਹੀਨੇ ਦੇ ਵਿੱਚ ਇਹ ਚੀਜ਼ਾਂ ਰਿਕਵਰ ਹੋ ਜਾਂਦੀਆਂ। ਜੀ ਜੀ। ਤੇ ਡਾਕਟਰ ਸਾਹਿਬ ਇੱਕ ਤੁਸੀਂ ਗੱਲ ਕੀਤੀ ਸੀ ਕਿ ਜਿਹੜਾ ਰੈਗੂਲਰ ਇੱਥੇ ਨਹੀਂ ਘਰ ਮਤਲਬ ਦਵਾਈ ਲੈ ਕੇ ਚਲੇ ਜਾਂਦਾ ਆ, ਜਿਹੜੇ ਇਹੋ ਜਿਹੇ ਪੇਸ਼ੈਂਟ ਜਾਂ ਇਹੋ ਜਿਹੇ ਮੈਂਬਰ ਜਿਹੜੇ ਆਉਂਦੇ ਆ ਕਿ ਸਾਨੂੰ ਦਵਾਈ ਦੇ ਦਿਓ ਅਸੀਂ ਇੱਥੇ ਨਹੀਂ ਹੋਣਾ, ਉਹਨਾਂ ਦੇ ਮਨ ਦੇ ਵਿੱਚ ਕੀ ਵਲਵਲੇ ਹੋਣਗੇ? ਕਿਉਂਕਿ ਇਹ ਵੀ ਜ਼ਰੂਰੀ ਹੈ ਕਿਉਂਕਿ ਉਹ ਉੱਥੇ ਜਮਾ ਨਹੀਂ ਹੋਣਾ ਚਾਹੁੰਦੇ, ਜਮਾ ਹੀ ਇੱਕ ਹਿਸਾਬ ਨਾਲ ਆਪਾਂ ਕਹਿ ਦਿੰਦੇ ਕਿ ਉਸ ਮਰੀਜ਼ ਨੂੰ ਰੱਖਿਆ ਜਾਂਦਾ ਆ। ਸੋ ਉਹਨਾਂ ਦੇ ਵਿੱਚ ਛੇਤੀ ਤਬਦੀਲੀ ਆ ਜਾਂਦੀ ਹੈ ਤੇ ਜਾਂ ਜਿਹੜੇ ਸੈਂਟਰ ਦੇ ਵਿੱਚ ਰਹਿੰਦੇ ਉਹਨਾਂ ਦੇ ਵਿੱਚ ਛੇਤੀ ਤਬਦੀਲੀ ਆਉਂਦੀ ਆ? ਦੇਖੋ ਏਦਾਂ ਹੈ ਕਿ ਜਿਹੜਾ ਇੱਥੇ ਅਸੀਂ ਪੇਸ਼ੈਂਟ ਜਦੋਂ ਰੱਖਦੇ ਹਾਂ ਤਾਂ ਉਹਦਾ ਇੱਕ ਪ੍ਰੋਪਰ ਟਾਈਮ ਸ਼ਡਿਊਲ ਬਣਾਇਆ ਹੁੰਦਾ ਕਿ ਪੇਸ਼ੈਂਟ ਨੇ ਸਵੇਰੇ 6 ਵਜੇ ਉੱਠਣਾ ਹੈ, ਉੱਠ ਕੇ ਪਾਠ ਕਰਨਾ ਹੈ, ਫਿਰ ਉਸ ਤੋਂ ਬਾਅਦ ਉਹਨਾਂ ਦਾ ਯੋਗਾ ਹੋਣਾ ਹੈ, ਯੋਗਾ ਤੋਂ ਬਾਅਦ ਫਿਰ ਉਹਨਾਂ ਨੇ ਬ੍ਰੇਕਫਾਸਟ ਹੋਣਾ ਹੈ, ਮੈਡੀਸਿਨ ਹੋਣੀ ਹੈ, ਕਾਉਂਸਲਿੰਗ ਕਲਾਸ ਹੋਣੀ ਹੈ। ਇਹ ਸਾਰੇ ਇੱਕ ਪ੍ਰੋਪਰ ਸ਼ਡਿਊਲ ਦੇ ਤਹਿਤ ਡਿਸਿਪਲਿਨਡ ਲਾਈਫ ਜਿਹੜੀ ਉਹਨਾਂ ਦੀ ਚੱਲਦੀ ਹੈ। ਜਿਹੜੇ ਪੇਸ਼ੈਂਟ ਘਰ ਚਲੇ ਜਾਂਦੇ ਆ ਉਹਨਾਂ ਦੇ ਵਾਸਤੇ ਇਹ ਚੀਜ਼ਾਂ ਸਾਰੀਆਂ ਕਰਨੀਆਂ ਸੰਭਵ ਨਹੀਂ ਹੈ। ਸੋ ਇਸ ਕਰਕੇ ਜਿਹੜਾ ਟ੍ਰੀਟਮੈਂਟ ਦਾ ਪਾਰਟ ਹੈ ਇੱਕ ਸਿਰਫ ਦਵਾਈ ਲੈ ਲੈਣਾ ਟ੍ਰੀਟਮੈਂਟ ਨਹੀਂ ਹੈ, ਆਪਣੀ ਜਿਹੜੀਆਂ ਆਦਤਾਂ ਨੂੰ ਸੁਧਾਰਨਾ ਉਹ ਵੀ ਟ੍ਰੀਟਮੈਂਟ ਦਾ ਇੱਕ ਬੜਾ ਇੱਕ ਅਹਿਮ ਹਿੱਸਾ ਹੈ। ਜਦ ਤੱਕ ਉਹ ਨਹੀਂ ਆਪਾਂ ਕਰਦੇ ਉਨੀ ਦੇਰ ਤੱਕ ਸਾਰਾ ਟ੍ਰੀਟਮੈਂਟ ਜਿਹੜਾ ਉਹ ਪੂਰਾ ਕੰਪਲੀਟ ਨਹੀਂ ਹੋ ਸਕਦਾ। ਸੋ ਇਸ ਕਰਕੇ ਇਹ ਚੀਜ਼ਾਂ ਵੀ ਕਰਨੀਆਂ ਜ਼ਰੂਰੀ ਹੈ। ਸੋ ਅਸੀਂ ਇਹ ਦੇਖਿਆ ਕਿ ਜਿਹੜੇ ਪੇਸ਼ੈਂਟ ਇੱਥੇ ਰਹਿ ਕੇ ਟ੍ਰੀਟਮੈਂਟ ਕਰਵਾਉਂਦੇ ਸਾਡੇ ਕੋਲ ਉਹਨਾਂ 'ਚ ਰਿਜ਼ਲਟਸ ਜ਼ਿਆਦਾ ਵਧੀਆ ਆਉਂਦੇ ਆ ਨਾ ਕਿ ਜਿਹੜੇ ਘਰ ਰਹਿ ਕੇ ਮੈਡੀਸਿਨ ਖਾਂਦੇ, ਕਿਉਂਕਿ ਉਹ ਘਰ ਰਹਿ ਕੇ ਕੁਝ ਨਹੀਂ ਕਰਦੇ, ਸਿਰਫ ਦਵਾਈ ਖਾਂਦੇ ਆ ਔਰ ਟੀਵੀ ਦੇਖਦੇ ਔਰ ਸੁੱਤੇ ਰਹਿੰਦੇ ਆ, ਹੋਰ ਇਸ ਤੋਂ ਇਲਾਵਾ ਕੋਈ ਐਕਟੀਵਿਟੀ ਨਹੀਂ ਹੁੰਦੀ ਉਹਨਾਂ ਦੇ ਰੂਟੀਨ ਦੀ। ਸੋ ਇਹ ਚੀਜ਼ਾਂ ਐਕਟੀਵਿਟੀਜ਼ ਜਿਹੜੀਆਂ ਉਹ ਇੱਥੇ ਅਸੀਂ ਚਲਾਉਂਦੇ ਆ, ਉਹਦੇ ਨਾਲ ਕਿ ਜਿਹੜਾ ਉਹਨਾਂ ਦੀ ਮੈਂਟੈਲਿਟੀ ਹੈ, ਮਾਨਸਿਕਤਾ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੀ ਜੀ ਜੀ। ਡਾਕਟਰ ਸੰਦੀਪ ਭੋਲਾ ਜੀ ਇੱਕ ਗੱਲ ਹੋਰ ਮੇਰੇ ਧਿਆਨ ਦੇ ਵਿੱਚ ਆਏ, ਕਿਉਂਕਿ ਜਦੋਂ ਹਸਪੀਟਲ ਦੇ ਵਿੱਚ ਬੰਦਾ ਐਡਮਿਟ ਹੁੰਦਾ ਆ ਉਹਦਾ ਇੱਕ ਵਾਰਡ ਹੁੰਦਾ ਆ ਤੇ ਉਸ ਮੈਂਬਰ ਨੂੰ ਵਾਰਡ ਤੋਂ ਬਾਹਰਲੀ ਹਵਾ ਦੇ ਵਿੱਚ ਕਿੰਨੇ ਚਿਰ ਲਈ ਘੁੰਮਣ ਨਹੀਂ ਦਿੱਤਾ ਜਾਂਦਾ ਤੇ ਕਿੰਨੇ ਟਾਈਮ ਦੇ ਵਿੱਚ ਉਹਦੀ ਸੈਰ ਦਾ ਹੁੰਦਾ ਆ? ਮਤਲਬ ਇਹ ਚੀਜ਼ਾਂ ਤੁਹਾਡੀਆਂ ਆਪਣੀਆਂ ਪਰਸਨਲ ਹੀ ਆ, ਪਰ ਫਿਰ ਵੀ ਮੈਂ ਪੁੱਛਣਾ ਚਾਹਾਂਗੀ ਕਿ ਉਹਨੂੰ ਬਾਹਰਲੇ ਵਾਤਾਵਰਨ ਦੇ ਵਿੱਚ ਕਿੰਨਾ ਕੁ ਟਾਈਮ ਘੁਲਣ ਨੂੰ ਦਿੱਤਾ ਜਾਂਦਾ ਆ? ਬਾਹਰਲੇ ਵਾਤਾਵਰਨ ਕਿਉਂਕਿ ਸਾਡੇ ਵਾਰਡਸ ਵਿੱਚ ਕਾਫੀ ਓਪਨ ਸਪੇਸ ਹੈਗੀ ਹੈ ਤੇ ਇਸ ਵਾਸਤੇ ਇਦਾਂ ਦਾ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਕਿ ਪੇਸ਼ੈਂਟ ਜਿਹੜਾ ਬਾਹਰ ਨਿਕਲ ਕੇ, ਇਹ ਜ਼ਰੂਰ ਹੈ ਇੰਨੀ ਰਿਸਟ੍ਰਿਕਸ਼ਨ ਜ਼ਰੂਰ ਹੈ ਕਿ ਜਿਹੜਾ ਸੈਂਟਰ ਤੋਂ ਬਾਹਰ ਨਹੀਂ ਜਾਣਾ, ਅੰਦਰ ਰਹਿ ਕੇ ਤਾਂ ਪੇਸ਼ੈਂਟ ਸੈਰ ਕਰ ਸਕਦਾ ਹੈ, ਘੁੰਮ ਫਿਰ ਸਕਦਾ ਹੈ, ਤਾਂ ਉਹਦੇ ਤੇ ਤਾਂ ਕੋਈ ਰਿਸਟ੍ਰਿਕਸ਼ਨ ਨਹੀਂ ਇਸ ਤਰ੍ਹਾਂ ਦੀ ਹੁੰਦੀ। ਜੀ 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 ਜੀ। ਮੈਂ ਇਹੀ ਪੁੱਛਣਾ ਚਾਹੁੰਦੀ ਸੀ ਕਿ ਉਹਨਾਂ ਨੇ ਜਿੱਦਾਂ ਮਤਲਬ ਆਪਾਂ ਇੱਕ ਗੱਲ ਕਹਿ ਦਿੰਦੇ ਨਾ, ਡਾਕਟਰ ਕਹਿੰਦੇ ਵੀ ਘੁੰਮਣਾ ਸੈਰ ਕਰਨੀ ਖੁੱਲੇ ਵਾਤਾਵਰਨ ਦੇ ਵਿੱਚ, ਤੇ ਇੱਕ ਚੀਜ਼ ਇਹ ਮੇਰੇ ਜ਼ਹਿਨ ਦੇ ਵਿੱਚ ਆਪਣੇ ਮਨ ਦੇ ਵਿੱਚ ਇੱਕ ਚੀਜ਼ ਆ ਗਈ ਕਿ ਵੀ ਮਤਲਬ ਉਹਨਾਂ ਨੂੰ ਜਿਹੜਾ ਘੁੰਮਣ ਫਿਰ ਉਹ ਸਿਰਫ ਵਾਰਡ ਦੇ ਅੰਦਰ ਹੀ ਕਿ ਮਤਲਬ ਬਾਹਰ ਵਾਤਾਵਰਨ 'ਚ ਨਵੀਂ ਜਗ੍ਹਾ ਤੇ ਜਾਂ ਰੌਸ਼ਨੀ ਦੇ ਵਿੱਚ ਵੀ ਘੁੰਮਣ ਨੂੰ ਜਗ੍ਹਾ ਦਿੱਤੀ ਜਾਂਦੀ, ਟਾਈਮ ਦਿੱਤਾ ਜਾਂਦਾ ਉਹਨਾਂ ਨੂੰ? ਜਿਹੜਾ ਗਵਰਨਮੈਂਟ ਸੈਂਟਰਸ ਬਣੇ ਹੋਏ ਆ ਜਿਹੜੇ, ਜੇ ਕਪੂਰਥਲਾ ਦੇ ਸੈਂਟਰ ਦੀ ਗੱਲ ਕਰਾਂ ਤਾਂ ਇਹ ਬਹੁਤ ਜ਼ਿਆਦਾ ਸਪੇਸ਼ੀਅਸ ਸੈਂਟਰ ਹੈ, ਪੂਰਾ ਖੁੱਲਾ ਹਵਾਦਾਰ ਔਰ ਪੂਰੀ ਰੌਸ਼ਨੀ, ਜਿਹੜਾ ਇਹਦਾ ਨਹੀਂ ਹੈ ਕਿ ਕੋਈ ਬਹੁਤ ਅੰਦਰ ਬੰਦ ਸਾਰੇ ਪਾਸਿਓਂ ਬੰਦ ਹੈ, ਪੂਰਾ ਹਵਾਦਾਰ ਔਰ ਖੁੱਲਾ ਔਰ ਰੌਸ਼ਨੀਦਾਰ ਸਾਰਾ ਸੈਂਟਰ ਹੈਗਾ। ਪਰ ਉਹਦੇ ਅੰਦਰ ਕੋਰੀਡੋਰ ਦੇ ਵਿੱਚ ਸੈਰ ਕਰਨਾ ਅਲਾਊਡ ਹੈ। ਸਰਦੀਆਂ ਦੇ ਵਿੱਚ ਈਵਨ ਪੇਸ਼ੈਂਟਸ ਨੂੰ ਧੁੱਪੇ ਵੀ ਬਿਠਾ ਕੇ ਉਹਨਾਂ ਦੇ ਕਾਉਂਸਲਿੰਗ ਕਲਾਸਿਸ ਧੁੱਪੇ ਬਿਠਾ ਕੇ ਵੀ ਕਰਦੇ ਆ। ਸਿਰਫ ਰਿਸਟ੍ਰਿਕਸ਼ਨ ਇਸ ਕਰਕੇ ਰੱਖੀ ਜਾਂਦੀ ਹੈ ਕਿ ਪੇਸ਼ੈਂਟ ਜਿਹੜਾ ਬਾਹਰਲੇ ਲੋਕ ਆ ਕੇ ਪਰੇਸ਼ਾਨ ਨਾ ਕਰਨ। ਬਾਹਰਲੀ ਦੁਨੀਆ ਜਿਹੜੀ ਹੈ ਉਹ ਕਈ ਵਾਰੀ ਲੋਕਾਂ ਵਾਸਤੇ ਇੱਕ ਤਮਾਸ਼ਾ ਜਿਹਾ ਬਣ ਜਾਂਦਾ ਕਿ ਲੋਕ ਉੱਠ ਕੇ ਦੇਖਣਾ ਸ਼ੁਰੂ ਕਰ ਦਿੰਦੇ ਕੌਣ ਦਾਖਲ ਹੈ, ਕੌਣ ਉੱਥੇ ਬੈਠਾ ਹੈ। ਇਸ ਕਰਕੇ ਥੋੜੀ ਜਿਹੀ ਰਿਸਟ੍ਰਿਕਸ਼ਨ ਇੰਨੀ ਰੱਖੀ ਹੋਈ ਹੈ। ਅਦਰਵਾਈਜ਼ ਇਸ ਕਰਕੇ ਨਹੀਂ ਹੈ ਕਿ ਉਹਨਾਂ ਨੂੰ ਕੋਈ ਕੈਦ ਵਿੱਚ ਰੱਖਣਾ ਜ਼ਰੂਰੀ ਹੈ, ਸਿਰਫ ਉਹਨਾਂ ਨੂੰ ਥੋੜਾ ਜਿਹਾ, ਕਿਉਂਕਿ ਉਸ ਟਾਈਮ ਤੇ ਮਨ ਥੋੜਾ ਜਿਹਾ ਕੱਚਾ ਹੁੰਦਾ ਹੈ ਕਿ ਜਿਸ ਕਰਕੇ ਉਹਨਾਂ ਨੂੰ ਇਸ ਚੀਜ਼ ਤੋਂ ਬਚਾ ਕੇ ਰੱਖਣਾ ਜ਼ਰੂਰੀ ਹੈ ਪੇਸ਼ੈਂਟ ਨੂੰ, ਆਪਣੇ ਆਪ ਨੂੰ, ਪੇਸ਼ੈਂਟ ਦੇ ਫਾਇਦੇ ਵਾਸਤੇ ਕਿ ਬਾਹਰਲੇ ਲੋਕ ਆ ਕੇ ਪਰੇਸ਼ਾਨ ਨਾ ਕਰਨ। ਸਰ ਡਾਕਟਰ ਸੰਦੀਪ ਜੀ ਇੱਕ ਅਹਿਮ ਸਵਾਲ ਹੈ ਕਿ ਹੁਣ ਜਦੋਂ ਪੇਸ਼ੈਂਟ ਤੁਹਾਡੇ ਕੋਲ ਇੱਥੇ 7 ਦਿਨ 5 ਦਿਨ ਹੋ ਗਏ, ਉਹਨਾਂ ਦਾ ਵਰਤੀਰਾ ਜਿਹੜਾ ਤੁਹਾਡੇ ਨਾਲ ਮਤਲਬ ਬੋਲ ਚਾਲ, ਆਪਣੇ ਦੁੱਖ ਨੂੰ ਦੱਸਣਾ ਕਿ ਕਿਸ ਮਜਬੂਰੀ ਕਾਰਨ ਮੈਂ ਇਸ ਦਲਦਲ ਦੇ ਵਿੱਚ ਆਇਆ ਜਾਂ ਕਿਸ ਸੰਗਤ ਨਾਲ, ਉਹ ਕਿਵੇਂ ਖੁੱਲ ਕੇ ਆਪਣੀਆਂ ਭਾਵਨਾਵਾਂ ਤੁਹਾਡੇ ਨਾਲ ਜਾਂ ਜਿਹੜੇ ਤੁਹਾਡੇ ਮੈਂਬਰ ਰੱਖੇ ਉਹਨਾਂ ਨੇ ਕਿਵੇਂ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਆ? ਕਿਉਂਕਿ ਕਈ ਵਾਰ ਇਹੋ ਜਿਹਾ ਕਿਸੇ ਧੱਕੇ ਦੇ ਨਾਲ ਵੀ ਕਿਸੇ ਨੂੰ ਇਸ ਦਲਦਲ ਦੇ ਵਿੱਚ ਸੁੱਟਿਆ ਜਾਂਦਾ ਆ। ਹਾਂਜੀ, ਬਹੁਤ ਸਾਰੇ ਪੇਸ਼ੈਂਟਸ ਜਿਹੜੇ ਹੈ ਉਹ
ਮੈਨੂੰ ਲੱਗਦਾ ਕਿ ਫਿਰ ਫੋਨ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਤੇ ਤੁਸੀਂ ਹੈਲੋ ਹਾਂਜੀ ਡਾਕਟਰ ਸਾਹਿਬ ਹਾਂਜੀ 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 ਸਾਡੇ ਕੋਲ ਕਾਉਂਸਲਰ ਦੀ ਬਹੁਤ ਵਧੀਆ ਟੀਮ ਅਵੇਲੇਬਲ ਹੈ ਜਿਹੜੇ ਮੇਲ ਕਾਉਂਸਲਰ ਵੀ ਹੈ ਫੀਮੇਲ ਕਾਉਂਸਲਰਸ ਵੀ ਹੈ ਜੀ ਜਿਹੜੇ ਕਿ ਪੇਸ਼ੈਂਟ ਨਾਲ ਬੈਠ ਕੇ ਬੜੇ ਵਧੀਆ ਮਾਹੌਲ ਦੇ ਵਿੱਚ ਬੈਠ ਕੇ ਉਹਨਾਂ ਨਾਲ ਸਾਰੀ ਗੱਲਾਂ ਬਾਤਾਂ ਕਰਦੇ ਆ ਜੀ ਸਿਰਫ ਇੰਨੀ ਕੁ ਚੀਜ਼ ਹੈ ਕਿ ਅਸੀਂ ਬਹੁਤ ਜ਼ਿਆਦਾ ਸਟੋਰੀਜ਼ ਸੁਣਨ 'ਚ ਬਿਲੀਵ ਨਹੀਂ ਕਰਦੇ ਕਿ ਪੇਸ਼ੈਂਟ ਨੂੰ ਬੈਠ ਕੇ ਕਿਉਂਕਿ ਉਹਦੇ ਨਾਲ ਇਹ ਹੈ ਕਿ ਬਹੁਤ ਸਾਰੀ ਵਾਈ ਕੇ ਜਿਹੜੀਆਂ ਝੂਠੀਆਂ ਹੋਰ ਮਨ ਘੜੰਤ ਸਟੋਰੀਜ਼ ਵੀ ਸੁਣਨ ਸਾਹਮਣੇ ਆ ਜਾਂਦੀਆਂ ਔਰ ਅਸੀਂ ਉਹ ਚੀਜ਼ ਚਾਹੁੰਦੇ ਨਹੀਂ ਹੁੰਦੇ ਸਾਡਾ ਫੋਕਸ ਜਿਹੜਾ ਉਹ ਟ੍ਰੀਟਮੈਂਟ ਤੇ ਰਹਿੰਦਾ ਹੈ ਹਮੇਸ਼ਾ ਅਸੀਂ ਪੇਸ਼ੈਂਟ ਦੀਆਂ ਜੋ ਪ੍ਰੋਬਲਮਸ ਹੈ ਉਹਨਾਂ ਤੇ ਫੋਕਸ ਕਰਦੇ ਹਾਂ ਨਾ ਕਿ ਉਹਨਾਂ ਦੀਆਂ ਸਟੋਰੀਜ਼ ਤੇ ਕਿ ਕਿੰਨੇ ਲਾਤਾ ਕਿੱਥੋਂ ਲੱਗ ਗਿਆ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਆਮ ਤੌਰ ਤੇ ਇਗਨੋਰ ਕਰਦੇ ਹਾਂ ਜੀ ਪਰ ਦੱਸਣ ਦੀ ਕੋਸ਼ਿਸ਼ ਤਾਂ ਹਰ ਹੀਲੇ ਦੇ ਵਿੱਚ ਉਹ ਕਰਦੇ ਹੀ ਹੋਣਗੇ ਕਿ ਅਸੀਂ ਏਦਾਂ ਇਸ ਦਲਦਲ ਦੇ ਵਿੱਚ ਜਾਂ ਜ਼ਿਆਦਾ ਦੋਸਤਾਂ 'ਚ ਬੈਠੇ ਜਾਂ ਕਿਸੇ ਨੇ ਜ਼ਬਰਦਸਤੀ ਸਾਨੂੰ ਇਸ ਬੰਨੇ ਲਾਇਆ ਤੇ ਬਹੁਤ ਸਾਰੇ ਕੇਸਿਸ ਜਾਂ ਪੇਰੈਂਟਸ ਵੱਲੋਂ ਵੀ ਦੱਸੀਆਂ ਜਾਂਦੀਆਂ ਹੋਣਗੀਆਂ ਹਾਂ ਇੱਕ ਜਨਰਲ ਜਿਹੜਾ ਅਸੀਂ ਵਿਊ ਉਹ ਜ਼ਰੂਰ ਲੈ ਲੈਂਦੇ ਹਾਂ ਜੀ ਕਿ ਕਿਸ ਤਰ੍ਹਾਂ ਨਾਲ ਬੱਚਾ ਜਿਹੜਾ ਐਡਿਕਸ਼ਨ ਵਾਲੇ ਪਾਸੇ ਨੂੰ ਚਲਾ ਗਿਆ ਪਰ ਅਸੀਂ ਇਸ ਚੀਜ਼ ਵੱਲ ਨੂੰ ਬਹੁਤ ਜ਼ਿਆਦਾ ਇੰਟਰਸਟ ਨਹੀਂ ਕਰਦੇ ਉਹਨਾਂ ਨੂੰ ਕਿ ਤੁਸੀਂ ਨਾਮ ਲਿਖਾਓ ਜਾਂ ਤੁਸੀਂ ਸਾਨੂੰ ਦੱਸੋ ਕਿ ਕੌਣ ਬੰਦਾ ਸੀ ਕਿਹਨੇ ਲਾਇਆ ਸੀ ਕਿੱਥੋਂ ਨਸ਼ਾ ਲੈਂਦੇ ਸੀ ਅਸੀਂ ਉਹਨਾਂ ਚੀਜ਼ਾਂ ਤੇ ਫੋਕਸ ਨਹੀਂ ਕਰਦੇ ਜੀ ਤੁਹਾਡਾ ਮੇਨ ਫੋਕਸ ਹੈ ਕਿ ਉਸ ਬੱਚੇ ਨੂੰ ਸਹੀ ਰਾਹ ਤੇ ਲੈ ਕੇ ਆਉਣਾ ਤੇ ਉਸ ਦਲਦਲ ਦੇ ਵਿੱਚੋਂ ਬਾਹਰ ਕੱਢਣਾ ਤੇ ਡਾਕਟਰ ਸੰਦੀਪ ਜੀ ਬਹੁਤ ਵਧੀਆ ਜਾਣਕਾਰੀਆਂ ਅੱਜ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀਆਂ ਮੈਨੂੰ ਲੱਗਦਾ ਕਿ ਜੇ ਕੋਈ ਵੀਰ ਭੈਣ ਦਾ ਜਿਹੜਾ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਆ ਤੇ ਉਹ ਚਾਹੁੰਦਾ ਹੈ ਕਿ ਮੈਂ ਨਸ਼ਾ ਛੱਡਾਂ ਤੇ ਤੁਸੀਂ ਸਿਵਲ ਹਸਪੀਟਲ ਕਪੂਰਥਲਾ ਦੇ ਵਿੱਚ ਡਾਕਟਰ ਸੰਦੀਪ ਭੋਲਾ ਜੀ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਡਾਕਟਰ ਸਾਹਿਬ ਮੈਂ ਚਾਹਾਂਗੀ ਕਿ ਜੇ ਪਰਸਨਲੀ ਜਿਵੇਂ ਦੇ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਕੋਈ ਭਰਾ ਚਾਹੁੰਦਾ ਆ ਜਾਂ ਮਤਲਬ ਕੋਈ ਵੀ ਜਿਹੜਾ ਇਸ ਦਲਦਲ 'ਚ ਫਸਿਆ ਕਿ ਮੈਂ ਨਸ਼ਾ ਛੱਡਣਾ ਚਾਹੁੰਦਾ ਆ ਪਰ ਮੇਰੀ ਬਾਰੇ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਇਸ ਦਲਦਲ ਦੇ ਵਿੱਚ ਫਸਿਆ ਸੀ ਉਹ ਕਿਵੇਂ ਤੁਹਾਡੇ ਨਾਲ ਰਾਬਤਾ ਕਾਇਮ ਕਰ ਸਕਦਾ ਆ ਸਿਵਲ ਹਸਪੀਟਲ ਦੇ ਵਿੱਚ ਡੀ ਐਡਿਕਸ਼ਨ ਸੈਂਟਰ ਬਿਲਕੁਲ ਸੈਪਰੇਟ ਬਿਲਡਿੰਗ ਦੇ ਵਿੱਚ ਬਣਿਆ ਹੈ ਤਾਂ ਬਿਨਾਂ ਝਿਜਕ ਤੋਂ ਵਿਅਕਤੀ ਆ ਸਕਦਾ ਹੈ ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਕਾਉਂਸਲਰ ਦੀ ਸਾਡੇ ਕੋਲ ਟੀਮ ਕਾਫੀ ਵਧੀਆ ਟੀਮ ਹੈ ਔਰ ਬਹੁਤ ਸਾਰੇ ਕਾਉਂਸਲਰ ਸਾਡੇ ਕੋਲ ਅਵੇਲੇਬਲ ਹੈ ਔਰ ਜਿਸ ਤਰ੍ਹਾਂ ਦੀ ਪੇਸ਼ੈਂਟ ਦੀ ਕੰਡੀਸ਼ਨ ਹੁੰਦੀ ਹੈ ਜਿਸ ਤਰ੍ਹਾਂ ਪੇਸ਼ੈਂਟ ਦੇ ਨਾਲ ਥੋੜੀ ਬਹੁਤ ਗੱਲਬਾਤ ਕਰਕੇ ਮੈਨੂੰ ਆਈਡੀਆ ਹੁੰਦਾ ਤਾਂ ਮੈਂ ਉਸ ਤਰ੍ਹਾਂ ਦੇ ਕਾਉਂਸਲਰ ਕੋਲ ਉਹਨੂੰ ਭੇਜ ਦਿੰਦਾ ਕਿ ਉਹ ਜਿਹਦੇ ਨਾਲ ਖੁੱਲ ਕੇ ਗੱਲਬਾਤ ਕਰ ਸਕਦਾ ਕਈ ਵਾਰੀ ਪੇਸ਼ੈਂਟ ਚਾਹੁੰਦਾ ਕਿ ਮੇਰੇ ਨਾਲ ਹੀ ਡਾਇਰੈਕਟ ਗੱਲਬਾਤ ਕਰਨੀ ਹੈ ਤਾਂ ਮੇਰੇ ਨਾਲ ਵੀ ਡਾਇਰੈਕਟ ਗੱਲਬਾਤ ਕਰ ਸਕਦਾ ਹੈ ਔਰ ਬਿਨਾਂ ਝਿਜਕ ਤੋਂ ਔਰ ਪਿਛਲੇ ਸਿਵਲ ਹਸਪੀਟਲ ਕਪੂਰਥਲਾ ਦੇ ਵਿੱਚ ਕਿਸੇ ਵੀ ਦਿਨ ਵਰਕਿੰਗ ਡੇ ਤੇ ਪੇਸ਼ੈਂਟ ਆ ਸਕਦਾ ਹੈ ਜਿੱਦਾਂ ਹੁਣ ਅੱਜ ਕੱਲ੍ਹ 9 ਤੋਂ 3 ਵਜੇ ਦਾ ਟਾਈਮ ਹੋ ਗਿਆ ਹੈ ਉਸ ਟਾਈਮ ਦੇ ਵਿੱਚ ਆ ਕੇ ਪੇਸ਼ੈਂਟ ਮਿਲ ਸਕਦਾ ਹੈ ਜਾਂ ਫੋਨ ਤੇ ਕੰਟੈਕਟ ਕਰਕੇ ਟਾਈਮ ਦਾ ਪਤਾ ਕਰ ਸਕਦਾ ਹੈ ਆਉਣ ਦਾ ਪੁੱਛ ਸਕਦਾ ਹੈ ਅਵੇਲੇਬਿਲਿਟੀ ਦਾ ਪਤਾ ਕਰ ਸਕਦਾ ਹੈ 9216933231 ਫੋਨ ਨੰਬਰ ਹੈ ਮੇਰਾ ਉੱਥੇ ਕੰਟੈਕਟ ਕਰਕੇ ਤਾਂ ਇਸ ਚੀਜ਼ ਦੀ ਜਾਣਕਾਰੀ ਲੈ ਸਕਦੇ ਕਿ ਕਿਸ ਟਾਈਮ ਤੇ ਆ ਕੇ ਮਿਲ ਸਕਦੇ ਜੀ ਡਾਕਟਰ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸ਼ਡਿਊਲ ਦੇ ਵਿੱਚੋਂ ਮੀਟਿੰਗ ਦੇ ਵਿੱਚੋਂ ਵੀ ਸਮਾਂ ਕੱਢ ਕੇ ਸਾਡੇ ਸਰੋਤਿਆਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਥੈਂਕ ਯੂ ਜੀ ਥੈਂਕ ਯੂ ਸੋ ਇਹ ਸਨ ਡਾਕਟਰ ਸੰਦੀਪ ਭੋਲਾ ਜੀ ਜਿਨ੍ਹਾਂ ਨੇ ਬਹੁਤ ਪਿਆਰ ਦੇ ਨਾਲ ਸਾਨੂੰ ਜਾਣਕਾਰੀਆਂ ਸਾਂਝੀਆਂ ਕਰਵਾਈਆਂ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਇਹਨਾਂ ਜਾਣਕਾਰੀਆਂ ਦਾ ਜੀ ਤੋੜ ਕੇ ਅਸੀਂ ਇਹਨਾਂ ਦਾ ਲਾਹਾ ਲਈਏ ਕਿਉਂਕਿ ਸਾਡੇ ਆਲੇ ਦੁਆਲੇ ਇਰਦ ਗਿਰਦ ਕੁਝ ਮੈਂਬਰ ਏਦਾਂ ਦੇ ਹੁੰਦੇ ਨੇ ਕਿ ਜੋ ਸੰਗਦੇ ਨੇ ਚਾਹੁੰਦੇ ਤੇ ਨੇ ਇਸ ਦਲਦਲ ਚੋਂ ਬਾਹਰ ਨਿਕਲਣਾ ਪਰ ਉਹ ਨਿਕਲ ਨਹੀਂ ਪਾਉਂਦੇ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਵਹਿਮ ਬਣ ਚੁੱਕਾ ਆ ਵਹਿਮ ਇਹ ਬਣ ਚੁੱਕਿਆ ਜੋ ਕਿ ਅੱਜ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਅਫਵਾਹਾਂ ਜਾਂ ਬਹੁਤ ਸਾਰੀਆਂ ਗਲਤ ਮੈਂ ਕਹਿ ਸਕਦੀ ਹਾਂ ਕਿ ਵੀਡੀਓ ਵਾਇਰਲ ਹੁੰਦੀਆਂ ਆ ਤੇ ਪਰ ਉਹਦੇ ਵਿੱਚ ਕੁਝ ਸੱਚ ਵੀ ਹੋ ਜਾਂਦੀਆਂ ਨੇ ਜਿਵੇਂ ਕਿ ਪਿਛਲੇ ਦਿਨੀ ਮੈਂ ਇੱਕ ਵੀਡੀਓ ਦੇਖੀ ਸੀ ਮੈਨੂੰ ਬਹੁਤ ਵਧੀਆ ਲੱਗੀ ਕਿ ਇੱਕ ਅਮੀਰ ਘਰ ਦਾ ਵੀਰ ਇਸ ਦਲਦਲ ਦੇ ਵਿੱਚ ਕਿਵੇਂ ਫਸਿਆ ਇਸ ਦਲਦਲ ਦੇ ਵਿੱਚ ਫਸ ਕੇ ਉਹਨੇ ਕਿੰਨਾ ਕੁ ਉਜਾੜਾ ਕਰ ਲਿਆ ਇੱਥੋਂ ਤੱਕ ਕਿ ਆਪਣੀ ਜਾਇਦਾਦ ਤੋਂ ਵੀ ਕਾਫੀ ਕੁਝ ਗਵਾ ਚੁੱਕਾ ਸੀ ਤੇ ਪਰਿਵਾਰ ਦੇ ਨਾਲ ਉਹਦਾ ਰੁੱਖਾਪਨ ਦੂਸਰੀ ਗੱਲ ਕਿ ਪੈਸਾ ਹਰ ਤਰ੍ਹਾਂ ਦੀ ਉਹਨੇ ਬਰਬਾਦੀ ਕੀਤੀ ਤੇ ਬਾਅਦ ਵਿੱਚ ਕੀ ਹੋਇਆ ਕਿ ਕਿਸੇ ਤਰ੍ਹਾਂ ਕਿਸੇ ਹੋਰ ਯਾਰ ਦੋਸਤ ਨੇ ਉਹਨੂੰ ਇੱਕ ਦਿਨ ਇਸ ਲੱਤ ਦੇ ਵਿੱਚ ਲੱਗਿਆ ਦੇਖਿਆ ਤੇ ਇਸ ਲੱਤ ਤੋਂ ਬਾਅਦ ਵਿੱਚ ਉਹ ਨਿਕਲਣਾ ਵੀ ਚਾਹੁੰਦਾ ਸੀ ਪਰ ਉਹਨੂੰ ਕੋਈ ਰਸਤਾ ਨਹੀਂ ਸੀ ਲੱਭ ਰਿਹਾ ਤੇ ਉਹਨੂੰ ਬੁਰਾ ਵੀ ਲੱਗਦਾ ਸੀ ਕਿਉਂਕਿ ਨਸ਼ੇ ਦੇ ਲੋਰ ਦੇ ਵਿੱਚ ਉਹਨੂੰ ਪਤਾ ਨਹੀਂ ਸੀ ਲੱਗਦਾ ਕਿ ਮੈਂ ਕੀ ਬੋਲ ਰਿਹਾ ਤੇ ਕੀ ਨਹੀਂ ਬੋਲ ਰਿਹਾ ਪਰ ਜਦੋਂ ਉਹ ਨਸ਼ਾ ਉਹਦਾ ਉਤਰ ਜਾਂਦਾ ਸੀ ਤੇ ਉਹਨੂੰ ਬੜਾ ਅੰਦਰੋਂ ਧੁਰ ਤੋਂ ਫੀਲ ਹੁੰਦਾ ਸੀ ਕਿ ਮੈਂ ਆ ਗਲਤ ਸ਼ਬਦ ਬੋਲਿਆ ਤੇ ਉਹ ਚਾਹੁੰਦਾ ਸੀ ਇਸ ਦਲਦਲ ਦੇ ਵਿੱਚੋਂ ਨਿਕਲਣਾ ਪਰ ਸਮਾਜ ਦੇ ਡਰ ਦੇ ਨਾਲ ਕਿ ਜੇ ਮੈਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਗਿਆ ਤਾਂ ਲੋਕੀ ਮੈਨੂੰ ਕੀ ਕਹਿਣਗੇ ਤੇ ਕਿਸ ਨਜ਼ਰੀਏ ਨਾਲ ਦੇਖਣਗੇ ਉਹਦੇ ਦੋਸਤ ਨੇ ਉਹਦੀ ਹੈਲਪ ਕੀਤੀ
ਤੇ ਇਵੇਂ ਨੇ ਡਾਕਟਰ ਸੰਦੀਪ ਭੋਲਾ ਜੀ ਵਰਗੇ ਕੋਈ ਮਹਾਨ ਮਤਲਬ ਇੰਨੇ ਠੰਡੇ ਦਿਲ ਵਾਲੇ ਠੰਡੇ ਸੁਭਾਅ ਵਾਲੇ ਬੰਦਿਆਂ ਦੇ ਨਾਲ ਉਹਨਾਂ ਦੀ ਗੱਲ ਹੋਈ ਤੇ ਉਹ ਨਸ਼ਾ ਛੱਡ ਕੇ ਬਾਅਦ ਵਿੱਚ ਬਹੁਤ ਹੀ ਸਾਬਤ ਸੂਰਤ ਦੇ ਵਿੱਚ ਆ ਗਿਆ ਤੇ ਉਹਨੇ ਆਪਣੀ ਸਾਰੀ ਹੱਡ ਬੀਤੀ ਦੱਸੀ ਤੇ ਅੱਜ ਉਹਦਾ ਪਰਿਵਾਰ ਬਹੁਤ ਖੁਸ਼ਹਾਲ ਆ ਤੇ ਪਰ ਕਿਤੇ ਨਾ ਕਿਤੇ ਉਹਦੇ ਮਨ ਦੇ ਵਿੱਚ ਹਜੇ ਵੀ ਉਹ ਚੀਜ਼ ਰੜਕਦੀ ਕਿ ਮੈਂ ਇਸ ਲੋੜ ਦੇ ਵਿੱਚ ਕਿੰਨਾ ਕੁਝ ਗਵਾਇਆ, ਆਪਣੀ ਮਾਂ ਦੇ ਉੱਪਰ ਹੱਥ ਚੱਕਿਆ, ਆਪਣੇ ਪਿਓ ਨੂੰ ਅਪਸ਼ਬਦ ਬੋਲੇ ਤੇ ਪਰ ਬਾਅਦ ਵਿੱਚ ਉਹਨਾਂ ਦੀ ਜ਼ਿੰਦਗੀ ਬਹੁਤ ਹੀ ਖੂਬਸੂਰਤ ਸੀ। ਜੇ ਤੁਸੀਂ ਵੀ ਚਾਹੁੰਦੇ ਹੋ ਇਸ ਦਲਦਲ ਦੇ ਵਿੱਚੋਂ ਨਿਕਲਣਾ ਤੇ ਤੁਸੀਂ ਵੀ ਡਾਕਟਰ ਸੰਦੀਪ ਭੋਲਾ ਜੀ ਦੇ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਸਿਵਲ ਹਸਪੀਟਲ ਕਪੂਰਥਲਾ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ। ਸੋ ਜਦੋਂ ਵੀ ਸਿਵਲ ਹਸਪੀਟਲ ਕਪੂਰਥਲਾ ਤੇ ਜਾਓਗੇ ਵੜਦੇ ਸਾਰ ਹੀ ਆਪਦੇ ਖੱਬੇ ਹੱਥ ਉਹਨਾਂ ਦਾ ਸੈਂਟਰ ਆ, ਕਿਸੇ ਨੂੰ ਵੀ ਪੁੱਛ ਲਓ ਡਾਕਟਰ ਸੰਦੀਪ ਭੋਲਾ ਨਸ਼ਾ ਛਡਾਊ ਕੇਂਦਰ। ਨਵੀਂ ਬਿਲਡਿੰਗ ਬਣੀ ਆ ਤੇ ਉਹਦੇ ਵਿੱਚ ਜਾ ਕੇ ਤੁਸੀਂ ਜਦੋਂ ਐਂਟਰ ਕਰੋਗੇ ਤੇ ਚੜ੍ਹਦੇ ਬੰਨੇ ਉਹਨਾਂ ਦਾ ਦਫ਼ਤਰ ਆ ਤੇ ਉੱਥੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਬਹੁਤ ਹੀ ਪਿਆਰ ਦੇ ਨਾਲ ਜਿਵੇਂ ਅੱਜ ਉਹਨਾਂ ਨੇ ਵਿਚਾਰਾਂ ਦੀ ਸਾਂਝ ਪਾਈ ਇਸੇ ਤਰ੍ਹਾਂ ਹੀ ਪਿਆਰ ਦੇ ਨਾਲ ਉਹ ਤੁਹਾਨੂੰ ਬਹੁਤ ਸਾਰੀਆਂ ਵਿਚਾਰਾਂ ਦੇਣਗੇ ਤੇ ਤੁਹਾਡੇ ਨਾਂ ਨੂੰ ਗੁਪਤ ਰੱਖਿਆ ਜਾਊਗਾ। ਜਿਵੇਂ ਤੁਸੀਂ ਸਾਰਾ ਕੁਝ ਸੁਣ ਹੀ ਲਿਆ ਆ ਤੇ ਤੁਹਾਡੀ ਇਸ ਲੱਤ ਨੂੰ ਛਡਵਾ ਵੀ ਦਿੱਤਾ ਜਾਊਗਾ ਤੇ ਤੁਸੀਂ ਨਵੀਂ ਜ਼ਿੰਦਗੀ ਬੜੀ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਪਾਓਗੇ। ਸੋ ਨਾਲ ਦੀ ਨਾਲ ਇਹ ਵੀ ਆ ਕਿ ਜ਼ਿੰਦਗੀ ਦੇ ਵਿੱਚ ਖੁਸ਼ਹਾਲ ਰਹਿਣ ਲਈ ਪਹਿਲਾਂ ਪਹਿਲ ਤਾਂ ਤੁਹਾਨੂੰ ਕਰਨੀ ਪਊਗੀ ਤੇ ਉਸ ਪਹਿਲ ਦੇ ਲਈ ਕਰਨਾ ਕੀ ਹੈ ਡਾਕਟਰ ਸੰਦੀਪ ਜੀ ਦੇ ਨਾਲ ਸੰਦੀਪ ਭੋਲਾ ਜੀ ਦੇ ਨਾਲ ਤੁਸੀਂ ਕੰਟੈਕਟ ਕਰਨਾ। ਨੰਬਰ ਮੈਂ ਬੋਲ ਦਿੰਨੀ ਆ, ਪੰਜਾਬੀ ਦੇ ਵਿੱਚ ਬੋਲ ਦੇਵਾਂ ਤਾਂ ਜ਼ਿਆਦਾ ਵਧੀਆ ਤੇ ਤੁਸੀਂ ਨੋਟ ਕਰ ਸਕਦੇ ਹੋ ਤੇ ਕਿਸੇ ਨੂੰ ਵੀ ਇਸ ਜਾਲ ਦੇ ਵਿੱਚੋਂ ਕੱਢ ਸਕਦੇ ਹੋ ਕਿਉਂਕਿ ਅੱਜ ਦੀ ਮੁੱਖ ਲੋੜ ਕਿਸੇ ਦਾ ਭਰਾ ਤੇ ਕਿਸੇ ਦਾ ਕੋਈ ਰਿਸ਼ਤੇਦਾਰ ਇਸ ਦਲਦਲ ਦੇ ਵਿੱਚ ਫਸਿਆ ਆ ਤੇ ਉਹਨੂੰ ਤੁਸੀਂ ਬਾਹਰ ਕੱਢਣ ਦੇ ਲਈ ਸਿਰਫ ਨੰਬਰ ਨੋਟ ਕਰ ਲਓ ਜੀ। ਨੰਬਰ ਹੈ ਜੀ 92 16 93 32 31। ਦੁਬਾਰਾ ਬੋਲ ਦੇਣੀ ਆ ਜੀ 92 16 93 32 31 ਡਾਕਟਰ ਸੰਦੀਪ ਭੋਲਾ ਤੇ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਇਸ ਨਾਮੁਰਾਦ ਬਿਮਾਰੀ ਨੂੰ ਆਪਣੇ ਸਰੀਰ ਦੇ ਵਿੱਚੋਂ ਬਾਹਰ ਕੱਢ ਸਕਦੇ ਆ। ਸੋ ਬਹੁਤ ਸਾਰੀਆਂ ਪਿਆਰੀਆਂ ਵਿਚਾਰਾਂ ਕਰਨੀਆਂ ਨੇ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ ਚਾਹਾਂਗੀ ਜੋ ਕਿ ਮੈਨੂੰ ਲੱਗਦਾ ਆ ਕਿ ਅੱਜ ਦੀ ਨੌਜਵਾਨੀ ਇਸ ਦਲਦਲ ਦੇ ਵਿੱਚੋਂ ਬਾਹਰ ਨਿਕਲ ਸਕਦੀ ਆ ਖੇਡਾਂ ਦੇ ਨਾਲ ਖੁਰਾਕਾਂ ਦੇ ਨਾਲ ਤੇ ਹਾਓ ਜੀ ਸੁਣਦੇ ਆ ਬਹੁਤ ਹੀ ਪਿਆਰਾ ਗੀਤ ਖੁਰਾਕਾਂ ਤੇ ਜਾਣਾ ਕਿਤੇ ਨਹੀਂ ਸੁਣਦੇ ਮਾਣਦੇ ਤੇ ਬੋਲਦੇ ਰਹੋ। ਕੁਦਰਤ ਦੀ ਆਵਾਜ਼ ਇਸ ਕੁਦਰਤ ਦੀ ਆਵਾਜ਼ ਦੇ ਵਿੱਚ ਫਿਰ ਪ੍ਰੋਗਰਾਮ ਸਾਂਝ ਵਿੱਚ ਤੁਹਾਡੇ ਨਾਲ ਰੂਬਰੂ ਹੋਵਾਂਗੇ ਪਰ ਤੁਸੀਂ ਜਾਣਾ ਕਿਤੇ ਨਹੀਂ ਜੀ। ਇਸ ਗੀਤ ਤੋਂ ਬਾਅਦ ਵਿੱਚ ਫਿਰ ਤੁਹਾਡੀ ਭੈਣ ਅਮਨਦੀਪ ਕੌਰ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਰੂਬਰੂ ਰਹੂਗੀ। ਚੰਦਰਿਆਂ ਨਸ਼ਿਆਂ ਵਸਦਾ ਰਸਦਾ ਮੇਰਾ ਦੇਸ਼ ਉਜਾੜ ਦਿੱਤਾ, ਭਗਤ ਸਿੰਘ ਦੇ ਹਰ ਸੁਪਨੇ ਨੂੰ ਟੋਟੇ ਕਰ ਕਰ ਸਾੜ ਦਿੱਤਾ। ਦਾਰਾ ਸਿੰਘ ਕੋਈ ਬਣੂ ਦੁਬਾਰਾ ਕੀ ਕੋਈ ਆਸਾਂ ਲਾਵੇਗਾ, ਭਟਕੀ ਹੋਈ ਨਵੀਂ ਪੀੜ੍ਹੀ ਨੂੰ ਕਿਹੜਾ ਆਣ ਬਚਾਵੇਗਾ।
ਹਰ ਹਾਣੀ ਨੂੰ ਇਹ ਸਮਝਾਈਏ ਕਦੇ ਨਸ਼ੇ ਨੂੰ ਹੱਥ ਨਾ ਲਾਈਏ। ਸੋ ਲੋ ਜੀ, ਉਸ ਪਿਆਰੇ ਜਿਹੇ ਗੀਤ ਤੋਂ ਬਾਅਦ ਵਿੱਚ ਫਿਰ ਤੁਹਾਡੇ ਨਾਲ ਰੂਬਰੂ ਹੋ ਗਿਆ ਜੀ ਅਵਤਾਰ ਰੇਡੀਓ ਦੇ ਵਿਹੜੇ ਦੇ ਵਿੱਚ, ਜਿੱਥੇ ਕਿ ਪ੍ਰੋਗਰਾਮ ਸਾਂਝ ਚੱਲ ਰਿਹਾ। ਸੋ ਮੈਂ ਚਾਹਾਂਗੀ ਕਿ ਅੱਜ ਦੇ ਪ੍ਰੋਗਰਾਮ ਤੋਂ ਕਾਫੀ ਤੁਸੀਂ ਸੇਧ ਲੈ ਕੇ ਇਸ ਦਲਦਲ ਚੋਂ ਨਿਕਲੋ ਤੇ ਬਾਅਦ ਵਿੱਚ ਕਦੇ ਵੀ ਇਸ ਤਰ੍ਹਾਂ ਦੇ ਗੀਤ ਨਾ ਬਣ ਕੇ ਆਉਣ ਜੋ ਕਿ ਦਿਲ ਨੂੰ ਝੰਜੋੜ ਦੇਣ। ਸੋ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਆ ਤੇ ਦਿਲ ਦੀ ਕਹਿੰਦੇ ਨੇ ਕਿ ਮੈਂ ਇੱਕ ਚੀਜ਼ ਹੋਰ ਗੱਲ ਕਰਾਂ, ਕਹਿੰਦੇ ਨੇ ਕਿ ਜਦੋਂ ਵੀ ਦਿਮਾਗ ਦੇ ਵਿੱਚ ਆਕਸੀਜਨ ਦੀ ਕਮੀ ਹੁੰਦੀ ਆ ਤੇ ਉਦੋਂ ਸਾਨੂੰ ਪਾਣੀ ਪੀ ਲੈਣਾ ਚਾਹੀਦਾ ਆ। ਆਕਸੀਜਨ ਦੀ ਕਮੀ ਦੇ ਨਾਲ ਬੰਦਾ ਇੰਨਾ ਕੁ ਮੂਰਛਿਤ ਹੋ ਜਾਂਦਾ ਆ, ਇੰਨਾ ਕੁ ਨਿਢਾਲ ਹੋ ਜਾਂਦਾ ਹੈ ਕਿ ਉਹਨੂੰ ਪਤਾ ਨਹੀਂ ਲੱਗਦਾ ਕਿ ਉਹਦੇ ਸਰੀਰ ਦੇ ਨਾਲ ਕੀ ਕੁਝ ਹੋ ਰਿਹਾ ਹੈ। ਸੋ ਡਾਕਟਰ ਸੰਦੀਪ ਭੋਲਾ ਜੀ ਨੇ ਵੀ ਇੱਕ ਗੱਲ ਕਹੀ ਸੀ, ਜਦੋਂ ਵੀ ਅਸੀਂ ਸਾਡੇ ਸਰੀਰ ਦੇ ਵਿੱਚ ਜਿਹੜਾ ਵੀ ਕੋਈ ਅੰਗ ਕੰਮ ਕਰਦਾ ਆ ਉਹ ਦਿਮਾਗ ਨਾਲ ਕੇਂਦਰਿਤ ਹੁੰਦਾ ਆ। ਸੋ ਇਸ ਲਈ ਦਿਮਾਗ ਨੂੰ ਤਾਜ਼ਾ ਤੇ ਵਧੀਆ ਰੱਖਣ ਦੇ ਲਈ ਜ਼ਰੂਰੀ ਆ ਕਿ ਉਹ ਸੈਰ ਕਰੋ ਤੇ ਨਾਲ ਦੀ ਨਾਲ ਕੋਸ਼ਿਸ਼ ਕਰੋ ਕਿ ਜ਼ਿੰਦਗੀ ਵਿੱਚ ਹੱਸਣ ਦੇ ਲਈ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਸਾਰੀਆਂ ਚੀਜ਼ਾਂ ਹੀ ਖਾਸ ਜ਼ਰੂਰੀ ਨੇ। ਸੋ ਬਾਬਾ ਜੀ ਵੀ ਇੱਕ ਗੱਲ ਕਹਿੰਦੇ ਹੁੰਦੇ ਨੇ ਕਿ ਸਾਡਾ ਜਿਹੜਾ ਦਿਮਾਗ ਹੈ ਨਾ, ਅਸੀਂ ਸਿਰਫ 2% ਵਰਤਦੇ ਹਾਂ, 98% ਨੂੰ ਜੰਗ ਹੀ ਲੱਗਾ ਰਹਿੰਦਾ ਆ, ਕਿਉਂਕਿ ਅਸੀਂ ਵਰਤਦੇ ਨਹੀਂ, ਸਿਰਫ ਬੋਲ ਲਿਆ, ਕਹਿ ਦਿੱਤਾ ਤੇ ਕੁਝ ਨਵਾਂ ਕਰਨ ਦੀ ਸੋਚਦੇ ਨਹੀਂ। ਜਦੋਂ ਤੱਕ ਤੁਸੀਂ ਨਵਾਂ ਕਰਨ ਦੀ ਸੋਚੋਗੇ ਨਹੀਂ, ਜਦੋਂ ਤੱਕ ਤੁਸੀਂ ਅੱਗੇ ਵਧਣ ਦੇ ਲਈ ਪੈਰ ਪੱਟੋਗੇ ਨਹੀਂ, ਤੇ ਪੈਰ ਵੀ ਤਾਂ ਹੀ ਪੁੱਟ ਸਕਦੇ ਹੋ ਜੇ ਤੁਹਾਡਾ ਦਿਮਾਗ ਤੁਹਾਡੇ ਨਾਲ ਕੇਂਦਰਿਤ ਹੋਊਗਾ। ਸੋ ਮੈਂ ਅੱਜ ਨਾ ਇਸ ਚੀਜ਼ ਤੇ ਖੋਜ ਕਰਦੀ ਤੇ ਮੈਨੂੰ ਕਈ ਚੀਜ਼ਾਂ ਦਾ ਹੋਰ ਵੀ ਪਤਾ ਲੱਗਾ ਕਿ ਜਿਹੜਾ ਦਿਮਾਗ ਹੈ ਨਾ ਤੇ ਉਹਨੂੰ ਅਸੀਂ ਤਾਜ਼ਾ ਤਾਂ ਰੱਖ ਸਕਦੇ ਹਾਂ ਜੇ ਅਸੀਂ ਪੋਜ਼ਿਟਿਵ ਗੱਲਾਂ ਨੂੰ ਜਿਹੜਾ ਆ ਕੇਂਦਰਿਤ ਕਰਾਂਗੇ। ਕਹਿਣ ਤੋਂ ਭਾਵ ਹੈ ਕਿ ਚੰਗੀਆਂ ਸੋਚਾਂ ਤੇ ਦਿਮਾਗ ਕਹਿੰਦੇ ਨੇ ਕਿ ਸਾਡਾ ਇਵੇਂ ਦਾ ਹੈ ਕਿ ਜਿਹੜਾ ਅੱਗੇ ਹੋਣ ਵਾਲੀ ਗਲਤ ਗੱਲ ਹੈ ਨਾ, ਇੱਕ ਵਾਰੀ ਸਾਨੂੰ ਉਹਦੇ ਨਿਰਦੇਸ਼ ਜ਼ਰੂਰ ਦਿੰਦਾ ਆ, ਅਸੀਂ ਉਹਨੂੰ ਗੌਰ ਨਹੀਂ ਕਰਦੇ, ਅਸੀਂ ਉਹਦੇ ਵੱਲ ਨਹੀਂ ਜਾਂਦੇ ਤੇ ਫਿਰ ਉਹਦੇ ਨਤੀਜੇ ਕੁਝ ਗਲਤ ਨਿਕਲਦੇ ਨੇ। ਕਹਿੰਦੇ ਕਿ ਜੇ ਤੁਸੀਂ ਪੂਰੀ ਨੀਂਦ ਨਹੀਂ ਲੈਂਦੇ ਤੇ ਤਾਂ ਵੀ ਤੁਹਾਡਾ ਦਿਮਾਗ ਜਿਹੜਾ ਆ ਉਹ ਇੱਕ ਨਸ਼ੇ ਦੇ ਵਿੱਚ ਹੀ ਰਹਿੰਦਾ ਹੈ, ਮਤਲਬ ਨੀਂਦ ਪੂਰੀ ਨਾ ਹੋਣੀ। ਕਹਿੰਦੇ ਜੇ ਤੁਸੀਂ ਆਪਣੇ ਦਿਮਾਗ ਨੂੰ ਇਹ ਸੰਦੇਸ਼ ਦੇ ਦਵੋ ਕਿ ਤੁਹਾਡੀ ਨੀਂਦ ਪੂਰੀ ਹੋ ਚੁੱਕੀ ਆ ਤੇ ਤੁਸੀਂ ਸਾਰਾ ਦਿਨ ਚੜ੍ਹਦੀ ਕਲਾ ਦੇ ਵਿੱਚ ਮਤਲਬ ਖੁਸ਼ ਤੇ ਹੱਸਦੇ ਚਿਹਰੇ ਦੇ ਨਾਲ ਰਹੋਗੇ। ਜਦੋਂ ਤੁਸੀਂ ਇਹ ਸੋਚੋਗੇ ਕਿ ਮੇਰੀ ਥਕਾਵਟ ਪੂਰੀ ਨਹੀਂ ਹੋਈ, ਇੱਕ ਮਨ ਤੇ ਇੱਕ ਦਿਮਾਗ, ਮਨ ਕਹਿੰਦਾ ਹੈ ਕਿ ਆਹ ਕੰਮ ਕਰਨਾ, ਦਿਮਾਗ ਸੰਦੇਸ਼ ਦਿੰਦਾ ਆ ਕਿ ਇਹ ਕੰਮ ਦੇ ਨਾਲ ਖਤਰਾ ਹੈ। ਮੰਨ ਲਓ ਅਸੀਂ ਬਿਜਲੀ ਦਾ ਕੋਈ ਕੰਮ ਕਰ ਰਹੇ ਹਾਂ ਤੇ ਜਦੋਂ ਦਿਮਾਗ ਕਹਿੰਦਾ ਹੈ ਕਿ ਇੱਥੇ ਹੱਥ ਨਾ ਲਾਈ, ਕਰੰਟ ਪੈ ਜਾਊ, ਪਰ ਮਨ ਕਹਿੰਦਾ ਹੈ ਕਿ ਕਰਨਾ। ਜਦੋਂ ਇਹ ਦੋ ਦੁਵਿਧਾ ਹੁੰਦੀਆਂ ਨਾ ਤਾਂ ਉਹਦੇ ਵਿੱਚ ਡਿਸਾਈਡ ਇੱਕੋ ਵਾਰੀ ਜਿਹੜੀ ਇੱਕ ਵਾਰੀ ਆਵਾਜ਼ ਆਈ ਹੈ ਨਾ, ਜੇ ਉਹਨੂੰ ਤੁਸੀਂ ਕੇਂਦਰਿਤ ਕਰ ਲਓ ਤੇ ਜਿਹੜੀ ਵਾਰ-ਵਾਰ ਆ ਰਹੀ ਆ ਉਹ ਖਤਰੇ ਦੀ ਘੰਟੀ ਆ। ਸੋ ਇਸ ਲਈ ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ ਵੀ ਇਹੀ ਕਹਿੰਦੇ ਨੇ ਕਿ ਸੱਚੇ ਮਾਰਗ ਨੂੰ ਚੱਲਣ ਦੇ ਲਈ ਇਹਨਾਂ ਰੁਕਾਵਟਾਂ ਦੇ ਲਈ ਹਜ਼ਾਰਾਂ ਆਵਾਜ਼ਾਂ ਆਉਣਗੀਆਂ, ਪਰ ਅੱਗੇ ਵਧਣ ਲਈ ਸਿਰਫ ਇੱਕ ਆਵਾਜ਼ ਆਉਂਦੀ ਆ। ਅੱਗੇ ਵਧਣਾ, ਪੈਰ ਪੱਟਣਾ, ਇਹ ਦਿਮਾਗ ਨੇ ਕਹਿਣਾ ਆ। ਮਨ ਭਟਕਦਾ ਆ, ਕਿਉਂ ਭਟਕਦਾ ਹੈ? ਕਿਉਂਕਿ ਅਸੀਂ ਚਾਰੇ ਪਾਸੇ ਦੇ ਖਿਆਲਾਤ ਉਹਦੇ ਵਿੱਚ ਲੈ ਕੇ ਬੈਠੇ ਆ, ਉਹਦੇ ਨਾਲ ਹੀ ਅਸੀਂ ਗਲਤ ਦਿਸ਼ਾ ਵਿੱਚ ਚਲੇ ਜਾਂਦੇ ਆ। ਤੇ ਇਸ ਲਈ ਜ਼ਰੂਰੀ ਹੈ ਕਿ ਮਨ ਨੂੰ ਕੰਟਰੋਲ ਦੇ ਵਿੱਚ ਕਰਨਾ ਤੇ ਨਾਮ ਸਿਮਰਨ ਵੀ ਜ਼ਰੂਰੀ ਆ। ਸਿਮਰਨ ਕਰਨਾ ਮਤਲਬ ਰੱਬ ਦਾ ਨਾਮ ਲੈਣਾ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ, ਮਤਲਬ ਕਹਿ ਸਕਦੇ ਕਿ ਇੱਧਰਲੇ ਬੰਦੇ ਨੂੰ ਆਉਣਾ ਬਹੁਤ ਔਖਾ ਆ, ਪਰ ਫਿਰ ਵੀ ਆਉਣਾ ਜ਼ਰੂਰ ਚਾਹੀਦਾ ਆ। ਤੇ ਨਾਲ ਦੀ ਨਾਲ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਹਰ ਕੰਮ ਨੂੰ ਚੰਗੀ ਨੀਅਤ ਦੇ ਨਾਲ, ਸਫਾਈ ਦੇ ਨਾਲ ਜਦੋਂ ਕਰਦੇ ਆ ਤੇ ਬਹੁਤ ਹੀ ਅਸੀਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਆ। ਕਿਸੇ ਸਪੈਸ਼ਲਿਸਟ ਨੂੰ ਦਿਖਾਓ, ਕਿਸੇ ਦੇ ਨਾਲ ਗੱਲ ਸਾਂਝੀ ਕਰੋ ਤੇ ਗਲਤ ਰਾਹ ਤੋਂ ਕਿਵੇਂ ਮੁੜਿਆ ਜਾ ਸਕਦਾ ਇਹਦਾ ਹੱਲ ਜ਼ਰੂਰ ਲੱਭੋ। ਸੋ ਅੱਜ ਦਾ ਪ੍ਰੋਗਰਾਮ ਇੱਥੋਂ ਤੱਕ ਹੀ ਨਿਬੇੜਦੇ ਆ ਕਿਉਂਕਿ ਸਮਾਂ ਜਿਹੜਾ ਲਗਭਗ ਹੋ ਚੁੱਕਾ ਆ। ਤੇ ਮੈਂ ਡਾਕਟਰ ਸੰਦੀਪ ਭੋਲਾ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਅੱਜ ਦੀ ਖਾਸ ਮੀਟਿੰਗ ਦੇ ਵਿੱਚੋਂ ਵੀ ਤੁਹਾਡੇ ਸਰੋਤਿਆਂ ਦੇ ਲਈ, ਭੈਣਾਂ ਭਰਾਵਾਂ ਦੇ ਲਈ ਸਮਾਂ ਕੱਢਿਆ ਤੇ ਸਾਨੂੰ ਬਹੁਤ ਹੀ ਬਰੀਕੀ ਦੇ ਨਾਲ ਜਾਣਕਾਰੀ ਜਿਹੜੀ ਉਹ ਦਿੱਤੀ ਆ। ਸੋ ਇਸ ਜਾਣਕਾਰੀ ਦਾ ਲਾਹਾ ਉਠਾਓ। ਜੇ ਘਰ ਦੇ ਵਿੱਚ ਕਿਸੇ ਦੇ ਕੋਈ ਇਸ ਚੀਜ਼ ਨਾਲ ਗ੍ਰਸਤ ਆ ਤਾਂ ਉਹ ਇਸ ਚੀਜ਼ ਤੋਂ ਨਿਰਜਾਤ ਪਾ ਸਕਦਾ ਹੈ। ਕੁੱਲ ਮਿਲਾ ਕੇ ਗੱਲ ਕਰੀਏ, ਨਸ਼ਾ ਜਿਹੜਾ ਆ ਉਹ ਇੱਕ ਘੁਣ ਵਾਂਗੂ ਸਾਨੂੰ ਖਾ ਰਿਹਾ। ਨਸ਼ਾ ਕੋਈ ਵੀ ਆ, ਚਾਹੇ ਉਹ ਹੋਣ ਵਾਲੇ ਖਤਰਨਾਕ ਨਸ਼ੇ ਆ, ਚਾਹੇ ਉਹ ਸ਼ਰਾਬ ਆ,
ਚਾਹੇ ਉਹ ਅਫੀਮ ਜਾਂ ਡੋਡੀ ਆ, ਕੁਛ ਵੀ ਹੈ, ਕੋਈ ਵੀ ਨਸ਼ਾ ਆ। ਨਸ਼ਾ ਤਾਂ ਨਸ਼ਾ ਆ, ਜਿਹਦੇ ਨਾਲ ਮਤਲਬ ਗਲਤ ਸ਼ਬਦ ਤੁਸੀਂ ਬੋਲਦੇ ਹੋ, ਗਲਤ ਵਰਤੀਰਾ ਕਰਦੇ ਹੋ, ਉਹ ਨਸ਼ਾ ਹੀ ਹੁੰਦਾ ਆ। ਤੇ ਨਸ਼ਾ ਵੈਸੇ ਚਾਹ ਵੀ ਆ, ਜੇ ਜ਼ਿਆਦਾ ਵਰਤੋਂ ਕਰਨ ਲੱਗ ਜਾਓਗੇ ਤਾਂ ਮੈਨੂੰ ਲੱਗਦਾ ਇਹ ਵੀ ਛੱਡਣਾ ਬਹੁਤ ਔਖਾ ਹੈ। ਤੇ ਕਿਸੇ ਮਾਹਰ ਦੀ ਨਿਗਰਾਨੀ ਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਨੂੰ ਛੱਡ ਸਕਦੇ ਹੋ। ਤੇ ਫਿਰ ਮਿਲਾਂਗੇ ਜੀ ਪ੍ਰੋਗਰਾਮ ਸਾਂਝ ਦੇ ਵਿੱਚ ਨਵੀਆਂ ਵਿਚਾਰਾਂ ਦੇ ਨਾਲ ਤੇ ਨਵੀਆਂ ਗੱਲਾਂ ਬਾਤਾਂ ਦੇ ਨਾਲ। ਤਦ ਤੱਕ ਦੇ ਲਈ ਸੁਣਦੇ ਰਹੋ FM 90.4 ਅਵਤਾਰ ਰੇਡੀਓ।